ज्ञान ध्यान किछ कर्म न जाना, सार न जाना तेरी। सब ते वड्डा सतगुर नानक, जिन कल राखी मेरी। सब ते वड्डा सतगुर नानक, जिन कल राखी साहिब जी। आसा शेख फरीद जियो की बाणी, एक ओंकार सत गुर प्रसाद। दिलों मोहब्बत देना से सचिया, जिन मन होर मुख होर से कांडे कचिया। दिलों मोहब्बत जिना से सचिया, जिन मन होर मुख होर से कांडे कचिया। रते इश्क खुदाए रंग दीदार के, विसरिया जिन नाम ते होए पार थिए। रते इश्क खुदाए रंग दीदार के, विसरिया जिन नाम ते होए पार थिए। आप लिए लड़ लाए दर दरवेश से, तीन धन जड़ेंदी माओ आए सफल से। परवदगार अपार अगम बेअंत तू, जिन्ना बिशाता सच चुमा पैर मुंह। तेरी पने खुदाए तू बख्शंदगी, शेख फरीद खैर दीजे बंदगी। तेरी पना खुदाए तू बख्शंदगी, शेख फरीद खैर दीजे बंदगी। वाहिगुरू का खालसा वाहिगुरू की फतेह। परम सम्मानयोग
ਧੰਨ ਧੰਨ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਿਨਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਇਸ ਸ਼ਹੀਦੀ ਹਫ਼ਤੇ ਨੂੰ ਸਮਰਪਿਤ ਹੋ ਕੇ ਦੂਜੇ ਦਿਨ ਦੇ ਦੀਵਾਨ ਵਿੱਚ ਹਾਜ਼ਰੀਆਂ ਭਰ ਰਹੇ ਸਮੂਹ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਦੇ ਸਦਕਾ ਅਸੀਂ ਸਾਰੇ ਹੀ ਸਤਿਗੁਰੂ ਜੀ ਦੇ ਪਾਵਨ ਦਰਬਾਰ ਅੰਦਰ ਅੱਜ ਸ਼ਾਮਾਂ ਵੇਲੇ ਦੇ ਦੂਜੇ ਦੀਵਾਨ ਦੇ ਵਿੱਚ ਸੱਜ ਕੇ ਬੈਠੇ ਹਾਂ। ਮੇਰੇ ਤੋਂ ਪਹਿਲਾਂ ਤੁਸੀਂ ਬਹੁਤ ਹੀ ਪਿਆਰੀਆਂ ਕਵਿਤਾਵਾਂ ਬੱਚਿਆਂ ਦੇ ਪਾਸੋਂ ਸ਼ਰਵਣ ਕੀਤੀਆਂ ਨੇ ਅਤੇ ਨਾਲ ਨਾਲ ਜਿਹੜਾ ਇਹ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ, ਇਸ ਸ਼ਹੀਦੀ ਹਫ਼ਤੇ ਦੇ ਸੰਬੰਧ ਵਿੱਚ ਜਿਹੜੀਆਂ ਵੀ ਘਟਨਾਵਾਂ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਰਿਵਾਰ ਦੇ ਨਾਲ ਵਾਪਰੀਆਂ ਨੇ, ਉਹਨਾਂ ਨੂੰ ਵੀ ਅਸੀਂ ਮਹਿਸੂਸ ਕਰਨ ਦਾ ਯਤਨ ਕਰ ਰਹੇ ਹਾਂ। ਪਿਆਰੇ ਬੱਚਿਆਂ ਨੇ ਆਪ ਜੀ ਦੇ ਨਾਲ ਕਵਿਤਾਵਾਂ ਦੇ ਨਾਲ ਜਿੱਥੇ ਸਾਂਝ ਬਣਾਈ ਹੈ, ਉੱਥੇ ਅਸੀਂ ਇਤਿਹਾਸ ਦੀਆਂ ਵਿਚਾਰਾਂ ਨੂੰ ਵੀ ਲੜੀਵਾਰ ਵਿਚਾਰਨ ਦਾ ਵਾਚਣ ਦਾ ਜਿਹੜਾ ਹੈ ਉਹ ਯਤਨ ਕਰ ਰਹੇ ਹਾਂ। ਅੱਜ ਇਸ ਪਾਵਨ ਸ਼ਬਦ ਦਾ ਪਾਠ ਮੈਂ ਆਪ ਸਰਬੱਤ ਸੰਗਤ ਨਾਲ ਮੰਗਲ ਦੇ ਰੂਪ ਦੇ ਵਿੱਚ ਸਾਂਝਾ ਕੀਤਾ ਹੈ। ਇਹ ਪਾਵਨ ਸ਼ਬਦ ਸ਼੍ਰੋਮਣੀ ਭਗਤ ਬਾਬਾ ਫਰੀਦ ਸਾਹਿਬ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੈ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਪੰਨਾ ਨੰਬਰ 488 ਦੇ ਉੱਪਰ ਸੁਭਾਇਮਾਨ ਹੈ, ਜਿੱਥੇ ਅੱਜ ਅਸੀਂ ਇਸ ਪਾਵਨ ਸ਼ਬਦ ਦੀ ਵਿਚਾਰ ਨੂੰ ਥੋੜਾ ਜਿਹਾ ਸਮਝਣ ਦਾ ਯਤਨ ਕਰਨਾ ਹੈ। ਉੱਥੇ ਅੱਜ ਦਾ ਜਿਹੜਾ ਦਿਨ ਹੈ ਉਹ ਸਿੱਖ ਇਤਿਹਾਸ ਵਿੱਚ ਕੀ ਮਹੱਤਵ ਰੱਖਦਾ ਹੈ, ਸਿੱਖ ਇਤਿਹਾਸ ਵਿੱਚ ਅੱਜ ਦੇ ਦਿਨ ਦੀ ਕੀ ਅਹਿਮੀਅਤ ਹੈ, ਅਸੀਂ ਇਸ ਗੱਲ ਨੂੰ ਸਮਝਣ ਦਾ ਨਾਲ ਦੀ ਨਾਲ ਯਤਨ ਕਰਨਾ ਹੈ। ਕਿਉਂਕਿ ਜਦੋਂ ਵੀਰਾਂ ਨੇ ਇਹ ਪ੍ਰੋਗਰਾਮ ਉਲੀਕੇ ਸਨ ਤੇ ਉਹਨਾਂ ਵੱਲੋਂ ਇਹ ਯਤਨ ਕੀਤਾ ਗਿਆ ਸੀ, ਇਹ ਉਪਰਾਲਾ ਕੀਤਾ ਗਿਆ ਸੀ ਵੀ ਆਪਣੇ ਬੱਚੇ ਜਿਹੜੇ ਨੇ ਜਾਂ ਵਡੇਰੀ ਉਮਰ ਦੇ ਵਿੱਚ ਅਸੀਂ ਅੱਜ ਗੁਰਦੁਆਰੇ ਵਿੱਚ ਸੱਜ ਕੇ ਬੈਠੇ ਹਾਂ, ਅਸੀਂ ਸਾਹਿਬਜ਼ਾਦਿਆਂ ਦੇ ਉਸ ਵਿਚਾਰ ਨੂੰ ਲੜੀਵਾਰ ਸਮਝਣ ਦਾ ਯਤਨ ਕਰੀਏ ਕਿ ਇਹਨਾਂ ਦਿਨਾਂ ਦੇ ਵਿੱਚ ਕਿਹੜੀਆਂ ਘਟਨਾਵਾਂ ਗੁਰੂ ਸਾਹਿਬ ਜੀ ਦੇ ਫਰਜ਼ੰਦਾਂ ਨਾਲ ਵਾਪਰਦੀਆਂ ਨੇ। ਕਲਗੀਧਰ ਪਾਤਸ਼ਾਹ ਜੀ ਕਿਹੜੇ ਵਿਖਮ ਔਖੇ ਰਸਤਿਆਂ ਦੇ ਵਿੱਚੋਂ ਆਪਣੀ ਜ਼ਿੰਦਗੀ ਦੇ ਇਸ ਸਫ਼ਰ ਨੂੰ ਤੈਅ ਕਰਦੇ ਨੇ। ਸਿੱਖਾਂ ਵਾਸਤੇ ਇਹ 7 ਦਿਨ ਬੜੇ ਮਹੱਤਵਪੂਰਨ ਨੇ। ਵੈਸੇ ਚਾਹੀਦਾ ਤਾਂ ਇਹ ਹੈ ਕਿ ਇਹਨਾਂ 7 ਦਿਨਾਂ ਦੇ ਅੰਦਰ ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਹੋਇਆਂ ਅਸੀਂ ਆਪਣੇ ਬੱਚਿਆਂ ਨੂੰ ਉਹ ਸਾਰੀਆਂ ਚੀਜ਼ਾਂ ਕੋਲ ਬੈਠ ਕੇ ਤੇ ਸਮਝਾਉਣ ਦਾ ਯਤਨ ਕਰੀਏ। ਆ ਤੁਸੀਂ ਵੇਖੋ, ਜਦੋਂ ਪਿੱਛੇ ਜੇ 4 ਸਾਹਿਬਜ਼ਾਦੇ ਫਿਲਮ ਆਈ ਸੀ ਤੇ ਬਹੁਤ ਸਾਰੇ ਬੱਚੇ ਜਦੋਂ ਫਿਲਮ ਵੇਖ ਕੇ ਤੇ ਥੀਏਟਰ ਤੋਂ ਬਾਹਰ ਨਿਕਲੇ ਸਨ ਤੇ ਉਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਸੰਗ ਰੋ ਰਹੇ ਸਨ। ਇੱਕੋ ਹੀ ਕਾਰਨ ਸੀ ਉਹਨਾਂ ਦੇ ਰੋਣ ਦਾ, ਇੱਕੋ ਹੀ ਕਾਰਨ ਸੀ ਉਹਨਾਂ ਦੇ ਰੋਣ ਦਾ। ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਸਾਹਿਬਜ਼ਾਦਿਆਂ ਨੇ ਕਿੰਨੀ ਵੱਡੀ ਕੁਰਬਾਨੀ ਜਿਹੜੀ ਹੈ ਉਹ ਕੀਤੀ ਹੈ। ਥੋੜਾ ਜਿਹਾ ਸਾਊਂਡ ਦਾ ਕਰਿਓ ਜੀ, ਆਵਾਜ਼ ਸ਼ਾਇਦ ਵੀ। ਆਓ ਸਾਧ ਸੰਗਤ, ਜਿੰਨਾ ਚਿਰ ਥੋੜਾ ਜਿਹਾ ਸਾਊਂਡ ਸੈੱਟ ਹੁੰਦਾ ਹੈ, ਆਪਾਂ ਸਾਰੇ ਇੱਕ ਵਾਰੀ ਗੁਰਬਾਣੀ ਦੇ ਨਾਲ ਜਿਹੜੀ ਹੈ ਹਾਜ਼ਰੀ ਲਵਾਈਏ ਤਾਂ ਕਿ ਸਾਡਾ ਜਿਹੜਾ ਮਨ ਹੈ ਉਹ ਸ਼ਬਦ ਦੀ ਤਿਆਰੀ ਵਾਸਤੇ, ਸ਼ਬਦ ਦੀ ਵਿਚਾਰ ਵਾਸਤੇ ਤਿਆਰੀ ਵਿੱਚ ਆ ਸਕੇ। ਵਾਹਿਗੁਰੂ।
वाहिगुरू। आओ एक बार आप सारे जने शब्द की हाजरी लवाइए, उस तो बाद असीं अगले जिहड़े विचार है उन्होंने आरंभ करने का जिहड़ा है वो दर्शन करते हैं। बाबा फरीद साहब ने बड़ी प्यारी गल की है। बाबा फरीद साहब कहते हैं दिलों मुहब्बत जे ना सही अगे की है जी सही सच्चा। जेड़े दिल करके रब नाल मुहब्बत करते हैं असल में दुनिया के कोई लोग सच्चे ने। आओ एक बार इन्हां शब्द दीआं पंक्तियां का असीं पाठ करते हैं, उस तो बाद असीं विचार वाले बने फिर अपने मन को तैयार करते हैं। दिलों मोहब्बत जिन से सच्चेया, दिलों मोहब्बत जिन से सच्चेया, दिलों मोहब्बत जिन से सच्चेया, दिलों मोहब्बत जिन से सच्चेया। जिन मन होर मुख होर, जिन मन होर मुख होर, सिकांडे कच्चेया, सिकांडे कच्चेया, दिलों मोहब्बत जिन से सच्चेया, दिलों मोहब्बत जिन से सच्चेया, दिलों मोहब्बत जिन से सच्चेया, दिलों मोहब्बत जिन से सच्चेया। बाबा फरीद साहब ने बड़ी कीमती गल सानू समझाई है। बाबा फरीद साहब कहते हैं जिहड़े दिल तो रब दे नाल मुहब्बत करते हैं असल में दुनिया च ओही लोग सच्चे ने, ते जिहड़े दिल करके अंदरों मुहब्बत नहीं करते सिर्फ बाहरी तौर पर दुआ सलाम की जाती है, कहते वो असल में कच्चे ने। ते कच्ची चीज की बुनियाद में बहुता लंबा समा नहीं होती। कच्ची चीज अज भी खत्म हो जाएगी, कल को भी खत्म हो जाएगी। जो असीं कलगीधर पातशाह जी के इन्हां पावन दिनां नूं याद करते हैं तो सच्ची जिन्हां ने सच्चे मन तो रब दे नाल मुहब्बत कीती सी, जिन्हां ने सच्चे मन नाल उस कलगीधर पातशाह जी नूं आपा समर्पण कीता सी, उन्हां ने अपना नाम इतिहास के सुनहरी पन्नियां दे विच लिखवा लिया। जे मैं इस गल नूं इस तरीके नाल भी कहां भी दुनिया दे विच सिखां वर्गा कोई लसानी इतिहास तुहानूं दूजी किसी कौम का नहीं मिलेगा। इस गल विच सच्चाई है। इस्लाम के दो शहीद होंदे ने सब तो छोटी उम्र में। हजरत मोहम्मद साहब के दोहरे सन हसन ते हुसैन। इस्लाम के सब तो छोटी उम्र के शहीद उन्होंने कहा जाता है। ते अज तक इस्लाम वाले हसन ते हुसैन को याद करके रोंदे ने, अपने पिंडे छिल लेंदे ने, अपने पिंडे के विचों मास दीआं बोटियां नूं बाहर कढदे ने ते उन्हां शहीदां नूं याद करदे ने। पर गुरु के सिखो तुसीं इस गल ते कदी मान करके वेखो तुहाडे इतिहास दे कोई ऐसा दिन नहीं वापरिया होएगा जिस दिन कोई ना कोई गुरु का सिख गुरु पंथ के लेखे नहीं रखता होएगा। ते जे तुसीं शहीदां दी कतार वेखो ते 7 ते 9 साल दी कितनियां उमरां होंदियां ने। बड़ी छोटी उम्र है 7 ते 9 साल दी। 7 साल के बच्चे नूं मां बड़ा गुण दे के बाहर बाजार में नहीं भेजती कि खोए किसी गवाही ना आए, पर पूरी कौम का भार पूरे पंथ का भार उन्होंने मोढ़ियां ते है। पर तां भी वो इस मुश्किल की घड़ी के विच बड़े सुरखरू इस मुश्किल की घड़ी के विच होकर निकलते। बाबा बंदा सिंह बहादुर का जो तुसीं इतिहास पढ़ो 7 ते 9 साल का चलो फिर भी वडेरी उम्र है। बाबा बंदा सिंह बहादुर के पुत्र की उम्र सी 4 साल ते 4 साल का बाबा बंदा सिंह बहादुर का पुत्र जलाल ने दिल्ली दे विच बाबा बंदा सिंह बहादुर के सामने उहदा दिल कढ के ते बाबा बंदा सिंह बहादुर के मुंह विच पाया। वो 4 साल के पुत्र की कुर्बानी वेखो कितनी वड्डी है। इहनूं भी तुसीं छड्डो साडा ननकाना साहब जो वापरदा है ना 20 फरवरी 1921 दे विच गुरु के सिखां ने गुरधामां नूं आजाद करवाउण दे वास्ते एक मुहिम विढ़ी। गुरुद्वारा सुधार लहर नूं इतिहास विच नाम दिता गया ते गुरुद्वारा सुधार लहर दे विच एक बच्चा शहीद होंदा है, उम्र केवल उसदी 5 साल है ते ओहदा नाम सी दरबारा सिंह। ते एक श्रोमणी गुरुद्वारा प्रबंधक कमेटी ने एक किताब च छापिया सी, ओहदा नाम रखिया सी सच दा भांबड़ दरबारा सिंह। सच दा भांबड़
दरबारा सिंह 5 साल की उम्र है उस बच्चे की। प्यो जान लगा ननकाना साहब को आजाद करवाने वास्ते, रो पिया, प्यो का खेड़ा कर लिया, कहता मैं भी नाल जाना है। प्यो कहता तेरी उम्र बड़ी छोटी है, रहन दे ना नाल जा। कहता नहीं, जे मेरा ये शरीर, जे मेरी ये जिंद गुरु दे लेखे लगती है तो मैं अपनी जिंदगी का बहुत बड़ा महान कार्य समझांगा। ये प्यार है गुरु के नाल सिखां दा। मैं इस करके बेनती कर रहा कि सिखां वर्गा इतिहास दुनिया की किसी कौम कोल नहीं। आप 25 दिसंबर का दिन आना है ना, 25 दिसंबर के दिन क्रिसमस डे है। साडे बच्चों को स्कूलों के क्रिसमस डे दियां बधाइयां दित्तियां जांदियां ने। क्रिसमस डे ते एक दूजे को गिफ्ट दिते जाते हैं, पर साहिबजादे नूं कौन याद करता है? ये तो शुक्र है कि कोई समय तो थोड़ा सा फर्क पिया है, नहीं तो असं कहते हैं नहीं। अब तुम देखो कई बार सानू पिंडां दे विच बहुत सारे लोग मिलते हैं, कहते हैं जी तुसीं बड़ी वधिया कथा करते हो, गुरु दे लेखे लगे हो। अब उन्होंने कहता कि तुसीं भी अपने बच्चों को इस पासे वाल तोड़ो, तो जवाब पता क्योंकि उन्होंने नहीं साडे बच्चे नहीं बाबे पूरे वाला काम करते, ਅਸੀਂ ਇਹ ਬਾਬਿਆਂ ਵਾਲਾ ਕੰਮ ਕਰ ਸਕਦੇ। मतलब ਸਾਡੀ ਸੋਚ ਅਜੇ ਇੱਥੋਂ ਤੱਕ ਤਬਦੀਲ ਹੋਈ ਹੈ। ਸੋ ਖੈਰ मैं इतिहास की लड़ी वाले पासे वापस करता। ਜਿਹੜੀ ਕੱਲ ਬੀਤ ਚੁੱਕੀ ਰਾਤ ਹੈ, ਇਸ ਰਾਤ ਵਿੱਚ ਕਲਗੀਧਰ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਖਾਲੀ ਕਰਕੇ ਤੇ ਕੀਰਤਪੁਰ ਸਾਹਿਬ ਵਾਲੇ ਪਾਸੇ ਨੂੰ ਚਾਲੇ ਪਾ ਦਿੱਤੇ ਸਨ। ਬੜਾ ਔਖਾ ਸਮਾਂ ਸੀ, ਬੜੀ ਮੁਸ਼ਕਲ ਦੀ ਘੜੀ ਸੀ। ਜਿਹੜੇ ਅਨੰਦਪੁਰ ਸਾਹਿਬ ਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਹੱਸਦੇ ਵਸਦੇ ਵੇਖਿਆ, ਉਸ ਅਨੰਦਪੁਰ ਸ਼ਹਿਰ ਦੀ ਗਲੀ ਗਲੀ ਵਿੱਚ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਦੇ ਨਾਲ ਉਹ ਕੌਤਕ ਕੀਤੇ। ਉਸ ਅਨੰਦਪੁਰ ਸ਼ਹਿਰ ਦੇ ਵਿੱਚ ਆਪਣੇ ਪਿਤਾ ਦੇ ਹੱਥਾਂ ਵਿੱਚ ਕਲਗੀਧਰ ਪਾਤਸ਼ਾਹ ਖੇਡਦੇ ਰਹੇ। ਅੱਜ ਉਹ ਅਨੰਦਪੁਰ ਸ਼ਹਿਰ ਬਿਲਕੁਲ ਸੁਨਸਾਨ ਪਿਆ। ਸਿਰਫ ਉੱਥੇ ਇੱਕੋ ਹੀ ਬੰਦਾ ਬਾਕੀ ਬਚਦਾ ਹੈ ਜਿਹਦਾ ਇਤਿਹਾਸ ਵਿੱਚ ਨਾਮ ਆਉਂਦਾ ਹੈ ਗੁਰਬਖਸ਼ ਦਾਸ ਉਦਾਸੀ। ਉਦਾਸੀ ਸੰਪਰਦਾ ਦੇ ਨਾਲ ਸੰਬੰਧ ਰੱਖਦਾ ਹੈ। ਕਲਗੀਧਰ ਪਾਤਸ਼ਾਹ ਜੀ ਨੇ ਉਹਨਾਂ ਦੀ ਜ਼ਿੰਮੇਵਾਰੀ ਲਾਈ ਸੀ ਕਿ ਜਿਹੜਾ ਸੀਸ ਗੰਜ ਅਸਥਾਨ ਹੈ ਮੇਰੇ ਪਿਤਾ ਦਾ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਜਿੱਥੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ, ਇਸ ਅਸਥਾਨ ਦੀ ਸੇਵਾ ਅੱਜ ਤੋਂ ਬਾਅਦ ਗੁਰਬਖਸ਼ ਦਾਸ ਜੀ ਤੁਸੀਂ ਕਰਨੀ ਹੈ। गुरबख्श दास ने दोवें हाथ जोड़ के पातशाह के बेनती की, आख्या मैं बड़ा भागा वाला मेरे हिस्से सेवा है। पर तुसीं सोच के देखो जे कदी उन्हां दी थां साडे वर्गा हुंदा ते साडा की जवाब होना सी भला पातशाह जी तुसीं नाम सारे इत्थों चले हो ते मैनूं मौत दे मूंह छड्ड के चले। एक दुनियावी बंदे दा इहो जवाब होना सी ना। दुनियावी बंदा इतना ही सोचदा है ना, ਜਦੋਂ ਧਰਮ ਦੀ ਦੁਨੀਆ ਆਵੇ, ਧਰਮ ਦੀ ਦੁਨੀਆ ਵਿੱਚ ਇੱਕ ਗੱਲ ਨੂੰ ਹਮੇਸ਼ਾ ਯਾਦ ਰੱਖੋ, ਧਰਮ ਦੀ ਦੁਨੀਆ ਵਿੱਚ ਦੋ ਦੇ ਦੋ ਕਦੀ ਚਾਰ ਨਹੀਂ ਹੁੰਦੇ। ਧਰਮ ਦੀ ਦੁਨੀਆ ਵਿੱਚ 2 + 2 4 ਨਹੀਂ ਹੁੰਦੇ। ਧਰਮ ਦੀ ਦੁਨੀਆ ਵਿੱਚ 2 ਤੇ 2 5 ਵੀ ਹੋ ਜਾਂਦੇ ਨੇ ਤੇ 3 ਵੀ ਹੋ ਜਾਂਦੇ ਨੇ। ਧਰਮ ਦੀ ਦੁਨੀਆ ਦੇ ਵਿੱਚ ਗਿਣਤੀਆਂ ਮਿਣਤੀਆਂ ਨਹੀਂ ਗਿਣੀਆਂ ਜਾਂਦੀਆਂ। ਜਿਹੜੀ ਗੱਲ ਕਲਗੀਧਰ ਪਾਤਸ਼ਾਹ ਨੇ ਕਹਿ ਦਿੱਤੀ, ਦੋਵੇਂ ਹੱਥ ਜੋੜ ਕੇ ਆਖਿਆ ਪਾਤਸ਼ਾਹ ਜੀ ਕੁਰਬਾਨ ਹੈ, ਜਿਵੇਂ ਤੁਸੀਂ ਕਹੋ, ਜਿਵੇਂ ਤੁਸੀਂ ਸਾਡੀ ਸੇਵਾ ਲਓ। ਰੋਣ ਲੱਗ ਪਿਆ, ਕਹਿਣ ਲੱਗਾ ਪਾਤਸ਼ਾਹ ਜੀ ਹੱਸਦਾ ਹੱਸਦਾ ਅਨੰਦਪੁਰ ਦਾ ਸ਼ਹਿਰ ਛੱਡ ਕੇ ਚਲੇ ਹੋ, ਮੈਂ ਇਹਦੇ ਆਸਰੇ ਆਪਣੀ ਜ਼ਿੰਦਗੀ ਨੂੰ ਕੱਢਾਂਗਾ। ਮੈਂ ਤਾਂ ਗੁਰੂ ਦੇ ਸਿੱਖਾਂ ਵੱਲ ਵੇਖ ਕੇ ਜੀਣਾ ਸਾਂ, ਮੈਂ ਤੇ ਸਾਹਿਬਜ਼ਾਦਿਆਂ ਵੱਲ ਵੇਖ ਕੇ ਆਪਣੇ ਜੀਵਨ ਨੂੰ ਟਪਾ ਰਿਹਾ ਸਾਂ। ਕਿੰਨਾ ਹੱਸਦਾ ਹੱਸਦਾ ਅਨੰਦਪੁਰ ਸ਼ਹਿਰ ਅੱਜ ਉੱਜੜ ਗਿਆ। ਤੁਸੀਂ ਆਓਗੇ ਵਾਪਸ ਪਰਤ ਕੇ, ਅੱਜ ਤੋਂ ਬਾਅਦ ਤੁਸੀਂ ਆਓਗੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਲਗੀਧਰ ਪਾਤਸ਼ਾਹ ਗੁਰਬਖਸ਼ ਦਾਸ ਉਦਾਸੀ ਆਪਣੇ ਭਰੇ ਹੋਏ ਮਨ ਨਾਲ ਕਹਿੰਦੇ ਨੇ ਕੋਈ ਗੱਲ ਨਹੀਂ, ਖੁਦਾ ਨੇ ਚਾਹਿਆ ਤਾਂ ਅਸੀਂ ਫੇਰ ਆਵਾਂਗੇ। ਜੇ ਰੱਬ ਦੀ ਰਹਿਮਤ ਹੋਈ ਅਸੀਂ ਫੇਰ ਆਵਾਂਗੇ। ਇਤਿਹਾਸ ਦੱਸਦਾ ਹੈ, ਜਿਵੇਂ ਅਸੀਂ ਕੱਲ ਦੇ ਦੀਵਾਨ ਵਿੱਚ ਵੀ ਇਸ ਗੱਲ ਨੂੰ ਸ਼ਰਮ ਕੀਤਾ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮੁਹੀਰ 3 ਜਥਿਆਂ ਦੇ ਵਿੱਚ ਚੱਲਦੀ ਹੈ। ਇੱਕ ਜਥੇ ਦੀ ਅਗਵਾਈ ਭਾਈ ਬੁੱਧਾ ਸਿੰਘ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਪ੍ਰਧਾਨ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਕਰ ਰਹੇ ਨੇ। ਤੇ ਬਾਬਾ ਅਜੀਤ ਸਿੰਘ ਦੀ ਜਦੋਂ ਤੁਸੀਂ ਯੁੱਧ ਨੀਤੀ ਵੇਖੋ ਤੇ ਬੜੀ ਕਮਾਲ ਦੀ ਸੀ। ਬਾਬਾ ਅਜੀਤ ਸਿੰਘ ਮੈਦਾਨੇ ਜੰਗ ਦੇ ਵਿੱਚ ਬੜੀ ਸੂਰਬੀਰਤਾ ਦੇ ਨਾਲ ਲੜਦੇ ਸਨ। ਉਹਨਾਂ ਦੀਆਂ ਇਤਿਹਾਸ ਵਿੱਚ ਕਈਆਂ ਜਿਹੜੀਆਂ ਜੰਗਾਂ ਨੇ ਉਹਨਾਂ ਦੇ ਵਿੱਚ ਵੀ ਉਹਨਾਂ ਨੇ ਬੜੀ ਸੂਰਬੀਰਤਾ ਨਾਲ ਲੜ ਕੇ ਤੇ ਆਪਣੀ ਜੰਗ ਦੇ ਮੈਦਾਨੇ ਜੰਗ ਵਿੱਚ ਜੌਹਰ ਦਿਖਾਏ ਸਨ। ਇੱਕ ਟੁਕੜੀ ਵਿੱਚ ਬਾਬਾ ਬੁੱਧਾ ਸਿੰਘ ਹੈ ਤੇ ਬਾਬਾ ਬੁੱਧਾ ਸਿੰਘ ਉਹ ਹੈ
जिन्हां दे पूरे परिवार ने खालसा पंथ ने लेके अपनी जाना तक ला दी। भाई उदय सिंह, भाई मनी सिंह शहीद के सपुत्र ने जिन्हां ने लाहौर के विच अपना बंद कटिया। एक टोली है भाई जीवन सिंह के कोल, जिन्हां का इतिहास में नाम सी पहला भाई जैदा ही पढ़ते हैं, पर ठंडे पढ़ने बहुत लैने तो बाद उन्होंने नाम रखा जाता है बाबा जीवन सिंह। एक टोली उन्होंने कोल है, उन्होंने नाल जिम्मेवारी लाई गई है भाई बजिंदर सिंह जी की, ते भाई बजिंदर सिंह जी भी भाई मनी सिंह जी के सपुत्र ने। अगली जी टोली है उसकी अगवाई कर रहे हैं भाई उदय सिंह जी, भाई बजिंदर सिंह जी, भाई जीवन सिंह जी। उस तो जी अगली टोली है वो कलगीधर पातशाह जी आप ने, वो सारी भीड़ की अगवाई कर रहे हैं। लगातार ये जत्था है ये कीरतपुर साहब वाले पासे में जा रहा है। भाई मनी सिंह जी भी नाल ने, गुरु गोबिंद सिंह साहब सच्चे पातशाह महाराज जी ने मातावां की जिम्मेवारी का हिस्सा भाई मनी सिंह जी के लेखे में लाया। कीरतपुर साहब के थां ते पहुंचे कलगियां वाले पातशाह, उत्थे जाके अपने दादे के वसाए हुए उस नगर को बड़े गौर नाल देखते हैं, क्योंकि उन्होंने दादा गुरु हरगोबिंद साहब सच्चे पातशाह महाराज जी ने कीरतपुर साहब नगर वसाया से। बड़ी गौर नाल देखते हैं दादे के वसाए हुए उस नगर के विच उस थां ते कलगीधर पातशाह जी नमस्कार कर रहे हैं, थापड़ा लेते हैं ते अपने पूरे सिखां नूं कहा हुण सरसा नदी तो असीं अगे का सफर तय करना है। इतिहास दसदा सब तो पिछे वाली टोली दे विच भाई उदय सिंह ते साहिबजादा अजीत सिंह सन, जिहड़े पिछों पूरी अपनी फौज नूं जिहड़ा सी ओह कवर कर रहे सी। अगे अगे कलगीधर पातशाह जी जा रहे हैं। ਜਦੋਂ ਪਹਾੜੀ ਪਹੁੰਚਾਂ ਨੂੰ ਇਸ ਗੱਲ ਦਾ ਪਤਾ ਲੱਗਾ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਹੈ। ਸਿੱਖ ਛੱਡੇ ਨੇ ਸਿੱਖ ਚੱਲੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਅਲੀ ਅਲੀ ਦੇ ਜਕਾਰੇ ਛੱਡਦੇ ਇੱਕਦਮ ਰੁਕ ਕੇ ਸਿੱਖਾਂ ਦੇ ਉੱਪਰ ਟੁੱਟ ਕੇ ਪਏ। ਸਭ ਤੋਂ ਪਹਿਲੀ ਲੜਾਈ ਭਾਈ ਉਦੈ ਸਿੰਘ ਜੀ ਦੇ ਜਥੇ ਨਾਲ ਹੁੰਦੀ ਹੈ ਨਿਰਮੋਹਗੜ੍ਹ ਸਾਹਿਬ ਦੀ ਟਿੱਬੀ ਤੇ। ਅੱਜ ਵੀ ਜਦੋਂ ਸਾਧ ਸੰਗਤ ਤੁਸੀਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਇਆ ਤੇ ਕਦੀ उस धरती से जाके उस चीज को महसूस करके देखे। मैं जो इतिहास की किताब पढ़ना तो एक राइटर ने बड़ी कमाल की गल लिखी सी, कहता जो कलगीधर पातशाह जी ने आनंदपुर साहब का किला छड्या, कहता उस रात मैं आनंदगढ़ साहब के किले की टीसी के ऊपर चढ़ के उस सारे वृतांत अपनी अखां दे नाल सोच रहा कि किदां दा दौर होएगा, किदां दा भयानक वक्त होएगा, कितनी मुश्किल घड़ी होएगी, कितना अजीब समा होएगा। अज तो बाद मुड़ के इस धरती से वापस होना ही नहीं, जिसका नाम ही आनंदा दी कुड़ी रखा सी, अज इहनूं जाड़ के असली इत्थों तुर जाना है। वो लिखता कहता जो मैं इस सारे वृतांत को अपनी अखां दे नाल सोचिया कि मेरियां लत्तां काम करियां, मेरियां लत्तां ने भार ना चलिया, मैं एकदम अंदरों टुट गया, खिड़क गया। आम बंदे की सोच में भी जो चीज़ां होंदियां ने ते एक बारी रूह काम जाती है। तुसीं वेखो जो पुत धी ने विदेश में जाना होवे ते कई बारी मापियां दी अखां दे विच हंझू हुंदे ने, हालांकि पता है इन्हां ने कोई कमाउण जाना है, ये ठीक थां ते चले, पर एक इहो जिहा सफर होवे जिथों कदी किसी ने वापस परत के नहीं आउणा। एक इहो जिहा सफर होवे जिथों परिवार कई हिस्सिਆਂ ਦੇ ਵਿੱਚ ਵੰਡਿਆ ਜਾਣਾ है, पता नहीं फिर इस धरती से वापस होना है कि नहीं होना, कितना खतरनाक समा होएगा, कितनी अजीब घड़ी होएगी। अली अली करदियां फौजां पिछों गुरु गोबिंद सिंह साहब सच्चे पातशाह महाराज जी की भीड़ ते हमला करते हैं। सब तो पहला उन्होंने का मुकाबला होंदा भाई उदय सिंह जी की टोली नाल निरमोहगढ़ के टिब्बी। 1907 में उस टिब्बी की खोज उतों की स्थानक संगत ने की ते अज उत्थे गुरुद्वारा साहब बनया हुआ है। जो तुसीं आनंदपुर साहब तो कीरतपुर साहब की धरती वाले पासे में जाओगे तो ठीक खब्बे पासे एक ऊपर पहाड़ के ऊपर भाई उदय सिंह जी की याद में आके गुरुद्वारा बनया हुआ है। वो पिंड की स्थानक संगत ने बाद में उस स्थान लभ्या सी, उसकी खोज की सी, उत्थे शहीद भाई उदय सिंह जी का गुरुद्वारा साहब बनाया हुआ है। भाई उदय सिंह 3.5 घंटे लगातार फौजां दे नाल मुकाबला करते हैं ते शहीदी का जाम पीते हैं। कलगियां वाले पातशाह ने जब इस सारे वृतांत को अपनी अखां दे नाल देखिया ते देखण तो बाद उन्होंने आख्या साहिबजादा अजीत सिंह जी हुण तुसीं भी भाई उदय सिंह दीयां फौजां दा साथ देंदे होए सरसा नदी वाले पासे नूं बहना है। हुण सरसा नदी एक बरसाती नाला है,
ਜਦੋਂ ਪਹਾੜਾਂ ਦੇ ਵਿੱਚ ਮੀਂਹ ਪੈਂਦਾ ਤੇ ਮੀਂਹ ਪੈਣ ਤੋਂ ਬਾਅਦ ਸਾਰਾ ਪਹਾੜਾਂ ਦਾ ਪਾਣੀ ਇਕੱਠਾ ਹੋ ਕੇ ਉਸ ਨਾਲੇ ਦੇ ਰਾਹੀਂ ਅੱਗੇ ਸਤਲੁਜ ਦਰਿਆ ਦੇ ਵਿੱਚ ਪੈ ਜਾਂਦਾ ਹੈ, ਕਿਉਂਕਿ ਸਤਲੁਜ ਦਰਿਆ ਉੱਥੋਂ ਬੜੀ ਨੇੜੇ ਨੂੰ ਵਗਦਾ ਹੈ। ਹੁਣ ਪਹਾੜਾਂ ਵਿੱਚ ਮੀਂਹ ਪੈ ਰਿਹਾ ਹੈ, ਉਹਦੀਆਂ ਠੰਡੀਆਂ ਰਾਤਾਂ ਨੇ, ਉੱਪਰੋਂ ਸਰਦੀ ਵੀ ਆਉਂਦੀ ਹੈ, ਲੋਹੜੇ ਦੀ ਸਰਦੀ ਪਈ ਹੋਈ ਹੈ, ਕੱਪੜੇ ਉਹਨਾਂ ਦੇ ਭਿੱਜੇ ਹੋਏ ਨੇ, ਉੱਪਰੋਂ ਬਾਰਿਸ਼ ਹੋ ਰਹੀ ਹੈ, ਅੱਗੋਂ ਸਰਸਾ ਨਦੀ ਦਾ ਪਾਣੀ ਠਾਠਾਂ ਮਾਰ ਰਿਹਾ ਹੈ ਤੇ ਪਿੱਛੇ ਜਿਹੜੀ ਫੌਜ ਹੈ ਉਹ ਵੀ ਅਲੀ ਕਰਦੀ ਸਿੱਖਾਂ ਦੇ ਉੱਪਰ, ਸਿੰਘਾਂ ਦੇ ਉੱਪਰ ਚੜ੍ਹ ਕੇ ਜਿਹੜੀ ਉਹ ਆ ਰਹੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੀ ਜਿਹੜੀ ਸਵੇਰ ਸੀ, ਜਿਵੇਂ ਅਸੀਂ ਅੱਜ ਦੀ ਜਿਹੜੀ ਸਵੇਰ ਲੰਘ ਚੁੱਕੀ ਹੈ, ਬੀਤ ਚੁੱਕੀ ਹੈ, ਸਿੱਖਾਂ ਨੂੰ ਹੁਕਮ ਕੀਤਾ ਸਰਸਾ ਨਦੀ ਦੇ ਪਾਣੀ ਵਿੱਚ ਠੇਲ ਜਾਓ। ਕੁਝ ਸਿੱਖ ਸਰਸਾ ਨਦੀ ਦੇ ਪਾਣੀ ਵਿੱਚ ਠੇਲ ਗਏ ਤੇ ਸਰਸਾ ਨਦੀ ਉਹਨਾਂ ਨੂੰ ਆਪਣੇ ਨਾਲ ਵਹਾ ਕੇ ਲੈ ਗਈ। ਕੁਝ ਸਿੱਖ ਘੋੜਿਆਂ ਸਮੇਤ ਸਰਸਾ ਨਦੀ ਦੇ ਪਾਣੀ ਵਿੱਚ ਠੇਲ ਗਏ ਤੇ ਸਰਸਾ ਨਦੀ ਤੋਂ ਪਾਰ ਹੋ ਗਏ। ਇਤਿਹਾਸ ਦੱਸਦਾ ਹੈ ਭਾਈ ਉਦੈ ਸਿੰਘ ਪਹਿਲੇ ਸਰਸਾ ਨਦੀ ਦੇ ਕੰਢੇ ਦੇ ਸ਼ਹੀਦ ਨੇ, ਜਿਨ੍ਹਾਂ ਨੇ ਆਪਣੀ ਕੀਮਤੀ ਜਾਨ ਖਾਲਸਾ ਪੰਥ ਦੇ ਲੇਖੇ ਲਾ ਦਿੱਤੀ ਤੇ ਕਲਗੀਧਰ ਪਾਤਸ਼ਾਹ ਜੀ ਨੂੰ ਆਂਚ ਤੱਕ ਨਾ ਆਉਣ ਦਿੱਤੇ। ਸਾਹਿਬਜ਼ਾਦਾ ਅਜੀਤ ਸਿੰਘ ਲੜਦੇ ਹੋਏ ਅੱਗੇ ਪਹੁੰਚੇ, ਸਰਸਾ ਨਦੀ ਤੋਂ ਪਾਰ ਹੋ ਗਏ। ਕਲਗੀਧਰ ਪਾਤਸ਼ਾਹ ਜੀ ਦਾ ਪਰਿਵਾਰ ਇਸ ਥਾਂ ਤੋਂ 3 ਹਿੱਸਿਆਂ ਵਿੱਚ ਸਾਧ ਸੰਗਤ ਵੰਡਿਆ ਜਾਂਦਾ ਹੈ। 3 ਹਿੱਸਿਆਂ ਵਿੱਚ ਇੱਕ ਹਿੱਸਾ ਕਲਗੀਧਰ ਪਾਤਸ਼ਾਹ ਜੀ ਦਾ, ਉਹਨਾਂ ਦੇ ਨਾਲ 3 ਪਿਆਰੇ ਸਨ, 2 ਉਹਨਾਂ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਗੁਰਦਾਰ ਸਿੰਘ ਤੇ ਉਹਨਾਂ ਦੇ ਨਾਲ 40 ਦੇ ਕਰੀਬ ਹੋਰ ਸਿੱਖ ਸਨ। ਦੂਜੇ ਹਿੱਸੇ ਦੇ ਵਿੱਚ ਸਨ ਭਾਈ ਮਨੀ ਸਿੰਘ ਜੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਹਿਲ, ਉਹਨਾਂ ਦੀਆਂ ਧਰਮ ਪਤਨੀਆਂ। ਤੇ ਤੀਜੇ ਹਿੱਸੇ ਵਿੱਚ ਸਨ ਮਾਤਾ ਗੁਜਰ ਕੌਰ ਜੀ, ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ। 3 ਹਿੱਸਿਆਂ ਵਿੱਚ ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਵੰਡਿਆ ਜਾਂਦਾ ਹੈ। ਕਲਗੀਧਰ ਪਾਤਸ਼ਾਹ ਆਪਣੇ ਸਿੱਖਾਂ ਸਮੇਤ ਸਰਸਾ ਨਦੀ ਨੂੰ ਪਾਰ ਕਰ ਜਾਂਦੇ ਨੇ। ਅੱਗੇ ਜਾ ਕੇ ਉਹ ਜਿਹੜਾ ਆਪਣਾ ਸਫ਼ਰ ਹੈ ਉਹ ਕੋਟਲਾ ਖਾਂਖਾਂ ਵਾਲੇ ਪਾਸੇ ਨੂੰ ਕਰਦੇ ਨੇ। ਜਦੋਂ ਤੁਸੀਂ ਕੀਰਤਪੁਰ ਸਾਹਿਬ ਤੋਂ ਰੋਪੜ ਨੂੰ ਆਓ ਤੇ ਰਸਤੇ ਵਿੱਚ ਇੱਕ ਯਾਦਗਾਰੀ ਗੇਟ ਬਣਿਆ ਹੋਇਆ ਹੈ ਭਾਈ ਖਾਂ ਦੇ ਨਾਮ ਤੇ, ਉਦੋਂ ਠੀਕ 1.5 ਕਿਲੋਮੀਟਰ ਅੰਦਰਲੇ ਬੰਨੇ ਗੁਰਦੁਆਰਾ ਸਾਹਿਬ ਬਣਿਆ ਹੋਇਆ, ਬੜੀ ਉੱਚੀ ਟਿੱਬੀ ਦੇ ਗੁਰਦੁਆਰਾ ਹੈ। ਹੁਣ ਜਿਹੜਾ ਵੀ ਖਾਂ ਹੈ ਇਹ ਗੁਰੂ ਘਰ ਦਾ ਬੜਾ ਵੱਡਾ ਸ਼ਰਧਾਲੂ ਹੈ, ਗੁਰੂ ਘਰ ਦੇ ਵਿੱਚ ਅਪਾਰ ਸ਼ਰਧਾ ਰੱਖਦਾ ਹੈ। ਮੈਂ ਕੱਲ ਦੇ ਦੀਵਾਨ ਵਿੱਚ ਵੀ ਆਪ ਸੰਗਤ ਨਾਲ ਬੇਨਤੀ ਸਾਂਝੀ ਕੀਤੀ ਸੀ, ਸਿੱਖ ਦਾ ਵਿਰੋਧ ਕਿਸੇ ਧਰਮ ਦੇ ਨਾਲ, ਕਿਸੇ ਫਿਰਕੇ ਦੇ ਨਾਲ, ਕਿਸੇ ਮਜ਼ਹਬ ਦੇ ਨਾਲ ਕਦੀ ਨਹੀਂ ਹੈ। ਸਿੱਖ ਦਾ ਵਿਰੋਧ ਇੱਕ ਜ਼ੁਲਮ ਦੇ ਖਿਲਾਫ ਲੜਨਾ ਹੈ, ਇੱਕ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਣੀ ਹੈ ਤੇ ਉਹ ਸਮੇਂ ਦੇ ਸਿੱਖ ਚੁੱਕਦੇ ਵੀ ਆਏ ਨੇ। ਜੇਕਰ ਜ਼ੁਲਮੀ ਬੰਦਾ ਸਿਰ ਤੇ ਦਸਤਾਰ ਸਜਾਉਣ ਵਾਲਾ ਹੋ ਜਾਵੇ ਤੇ ਸਿੱਖ ਉਹਨੂੰ ਵੀ ਸਜ਼ਾ ਦੇਵੇਗਾ। ਇਹ ਇਤਿਹਾਸ ਇਸ ਗੱਲ ਦੀ ਗਵਾਹੀ ਕਰਦਾ ਹੈ। ਤੇ ਜੇ ਕੋਈ ਮੁਸਲਮਾਨ ਗੁਰੂ ਘਰ ਦੇ ਵਿੱਚ ਸ਼ਰਧਾ ਰੱਖਦਾ ਹੈ, ਸਿੱਖ ਉਹਨੂੰ ਵੀ ਕਦੀ ਪਿੱਛੇ ਨਹੀਂ ਛੱਡਦੇ। ਇਤਿਹਾਸ ਇਸ ਗੱਲ ਦੀ ਗਵਾਹੀ ਕਰਦਾ। ਹੁਣ ਭਾਈ ਖਾਂ ਹੈ ਮੁਸਲਮਾਨ ਹੈ, ਇਸਲਾਮ ਮਤ ਦੇ ਨਾਲ ਸੰਬੰਧ ਰੱਖਦਾ ਹੈ, ਪਰ ਗੁਰੂ ਘਰ ਦੇ ਵਿੱਚ ਉਹਦੀ ਬੜੀ ਸ਼ਰਧਾ ਹੈ। ਭਾਈ ਖਾਂ ਹਰ ਵਿਸਾਖੀ ਦੇ ਮੌਕੇ ਤੇ ਅਨੰਦਪੁਰ ਸਾਹਿਬ ਆਉਂਦਾ ਹੈ। ਅਨੰਦਪੁਰ ਸਾਹਿਬ ਆਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਦੇ ਸਾਰੇ ਬਹੁਤ ਦੇਖਦਾ ਹੈ। ਸਿੱਖ ਮਹੱਲਾ ਕੱਢਦੇ ਨੇ, ਜਗਾਰਿਆਂ ਦੀਆਂ ਗੂੰਜਾਂ ਅਨੰਦਪੁਰ ਦੀਆਂ ਗਲੀਆਂ ਦੇ ਵਿੱਚੋਂ ਆਉਂਦੀਆਂ ਨੇ। ਸਿੰਘਾਂ ਦੇ ਜਗਾਰਿਆਂ ਨਾਲ ਅਨੰਦਪੁਰ ਦੀ ਜਿਹੜੀ ਧਰਤੀ ਹੈ ਉਹ ਬੜੀ ਖੁਸ਼ਨੁਮਾ ਮਾਹੌਲ ਦੇ ਵਿੱਚ ਵਿਚਰਦੀ ਹੈ। ਪਰ ਕਲਗੀਧਰ ਪਾਤਸ਼ਾਹ ਅੱਜ ਨੇ ਖਾਂ ਦੇ ਘਰ ਵਿੱਚ ਗਏ ਨੇ। ਉਸ ਤੋਂ ਪਹਿਲਾਂ ਇਤਿਹਾਸ ਵਿੱਚ ਆਉਂਦਾ 3 ਵਾਰ ਗੁਰੂ ਸਾਹਿਬ ਭਾਈ ਖਾਂ ਦੇ ਘਰ ਵਿੱਚ ਜਾ ਚੁੱਕੇ ਨੇ। ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕੁਰੂਕਸ਼ੇਤਰ ਦੀ ਪ੍ਰਚਾਰ ਫੇਰੀ ਤੇ ਜਾਂਦੇ ਨੇ ਤੇ ਸਤਿਗੁਰੂ ਭਾਈ ਖਾਂ ਦੇ ਘਰ ਵਿੱਚ ਆਉਂਦੇ ਨੇ। ਦੂਜੀ ਵਾਰ ਭਾਈ ਖਾਂ ਦਾ ਪੁੱਤਰ ਹੈ ਜਿਹਦਾ ਇਤਿਹਾਸ ਵਿੱਚ ਨਾਮ ਮਿਲਦਾ ਆਲਮ ਖਾਨ, ਉਹਦੀ ਮੰਗਣੀ ਦੇ ਮੌਕੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਭਾਈ ਖਾਂ ਦੇ ਘਰ ਵਿੱਚ ਜਾਣ ਕੇ ਸ਼ਰਨ ਪਾਉਂਦੇ ਨੇ। ਤੇ ਤੀਜੀ ਵਾਰ ਸਤਿਗੁਰੂ ਜੀ ਰੋਪੜ ਵਾਲੇ ਪਾਸੇ ਨੂੰ ਜਾਂਦੇ ਨੇ ਤੇ ਭਾਈ ਖਾਂ ਅਰਦਾਸ ਕਰਦਾ, ਬੇਨਤੀ ਕਰਦਾ ਹੈ ਮਹਾਰਾਜ ਸਾਡੇ ਘਰ ਵਿੱਚ ਜਾਣ ਕੇ ਸ਼ਰਨ ਪਾਓ। ਤੇ ਰੋਪੜ ਤੋਂ ਆਉਂਦੇ ਹੋਏ ਮਹਾਰਾਜ ਭਾਈ ਖਾਂ ਦੇ ਘਰ ਵਿੱਚ ਆਉਂਦੇ ਨੇ। ਪਰ ਉਦੋਂ ਵੇਲਾ ਹੋਰ ਸੀ, ਉਦੋਂ ਵਕਤ ਹੋਰ ਸੀ, ਉਦੋਂ ਅਨੰਦਪੁਰ ਵਸਦਾ ਸੀ। ਉਦੋਂ ਜਿਹੜੇ ਸਿੱਖ ਸਨ ਉਹ ਬੜੀ ਖੁਸ਼ੀ ਦੇ ਵਿੱਚ ਰਹਿੰਦੇ ਸਨ। ਸਿੱਖਾਂ ਦਾ ਜਿਹੜਾ ਜੀਵਨ ਸੀ, ਸਿੱਖਾਂ ਦਾ ਜਿਹੜਾ ਮਾਹੌਲ ਸੀ, ਬੜੀ ਚੜ੍ਹਦੀ ਕਲਾ ਵਾਲਾ ਸੀ। ਪਰ ਅੱਜ ਵਕਤ ਬਿਲਕੁਲ ਬਦਲ ਚੁੱਕਾ ਹੈ।
कलगीधर पातशाह जी ने ਜਿਹੜੇ ਆਪਣੇ ਤਨ ਦੇ ਕੱਪੜੇ ਪਾਏ ਹੋਏ ਨੇ, ਜਿਹੜਾ ਉਹਨਾਂ ਨੇ ਜਾਮਾ ਪਹਿਨਿਆ ਹੋਇਆ ਉਹ ਵੀ ਲੀਰੋ ਲੀਰ ਹੋ ਚੁੱਕਾ ਹੈ। ਸਰਸਾ ਦੇ ਠੰਡੇ ਪਾਣੀ ਦੇ ਨਾਲ ਪੂਰੇ ਭਿੱਜੇ ਹੋਏ ਨੇ। 22 ਧਾਰ ਦੀਆਂ ਪਹਾੜੀ ਰਿਆਸਤਾਂ ਅੱਜ ਉਹਨਾਂ ਦੀਆਂ ਵਿਰੋਧੀ ਨੇ। ਪੂਰਾ ਸੂਬਾ ਸਰਹੰਦ ਉਹਨਾਂ ਦਾ ਕੱਟੜ ਵਿਰੋਧੀ ਹੋਇਆ ਪਿਆ ਹੈ। ਲਾਹੌਰ ਦਰਬਾਰ ਸਾਰਾ ਕਲਗੀਧਰ ਪਾਤਸ਼ਾਹ ਦਾ ਵਿਰੋਧੀ ਹੈ। ਕੋਈ ਵੀ ਆਪਣੇ ਘਰ ਦੇ ਅੱਜ ਦਰਵਾਜ਼ੇ ਖੋਲ੍ਹਣ ਵਾਸਤੇ ਤਿਆਰ ਨਹੀਂ। ਕੋਈ ਵੀ ਆਪਣੇ ਘਰ ਦਾ ਬੂਹਾ ਨਹੀਂ ਖੋਲ੍ਹਦਾ। ਜੇ ਕਲਗੀਧਰ ਪਾਤਸ਼ਾਹ ਸਾਡੇ ਘਰ ਵਿੱਚ ਆ ਗਏ ਤੇ ਸਾਨੂੰ ਜ਼ਾਲਮਾਂ ਨੇ ਜੀਂਦੇ ਨਹੀਂ ਛੱਡਣਾ। ਖੌਫ ਹੈ ਤੇ ਲੋਕਾਂ ਦੇ ਮਨ ਵਿੱਚ, ਲੋਕ ਆਪਣੇ ਮਨ ਦੇ ਵਿੱਚੋਂ ਕੰਬੇ ਹੋਏ ਨੇ। ਪਰ ਕਲਗੀਆਂ ਵਾਲੇ ਬਾਦਸ਼ਾਹ ਭਾਈ ਨਿਹੰਗ ਖਾਨ ਦੇ ਘਰ ਵਿੱਚ ਪਹੁੰਚੇ, ਜਾ ਕੇ ਦਰਵਾਜ਼ਾ ਖੜਕਾਇਆ। ਨਿਹੰਗ ਖਾਨ ਨੇ ਦਰਵਾਜ਼ਾ ਖੋਲ੍ਹ ਕੇ ਆਖਿਆ, ਸਤਿਗੁਰੂ ਜੀ ਜੀ ਆਏ, ਸਵਾਗਤ ਹੈ ਤੁਹਾਡਾ। ਇਹ ਗੁਰੂ ਕੇ ਸਿੱਖ ਦਾ ਕਿਰਦਾਰ ਹੈ, ਇਹ ਗੁਰੂ ਕੇ ਸਿੱਖ ਦੀ ਸ਼ਰਧਾ ਹੈ ਆਪਣੇ ਗੁਰੂ ਦੇ ਵਿੱਚ। ਭਾਈ ਤਾਰੂ ਸਿੰਘ ਆਪਣੇ ਪਿੰਡ ਵਿੱਚ ਖੇਤੀ ਕਰਦਾ ਹੈ। ਉਹਦੇ ਕੋਲ ਇੱਕ ਗਰੀਬ ਰਹੀਮ ਬਖਸ਼ ਮਾਛੀ ਆਉਂਦਾ ਹੈ। ਕਹਿੰਦਾ ਮੇਰੀ ਧੀ ਨੂੰ ਪੱਟੀ ਦਾ ਪੌਦਾ ਚੁੱਕ ਕੇ ਲੈ ਗਿਆ, ਤੁਸੀਂ ਮੇਰੀ ਸਹਾਇਤਾ ਕਰੋ। ਹੁਣ ਤੁਸੀਂ ਵੇਖੋ ਕਿੰਨੀ ਹੈਰਾਨੀ ਦੀ ਗੱਲ ਹੈ। ਭਾਈ ਤਾਰੂ ਸਿੰਘ ਸਿੱਖ ਧਰਮ ਨਾਲ ਸੰਬੰਧ ਰੱਖਦਾ ਹੈ। ਰਹੀਮ ਬਖਸ਼ ਮਾਛੀ ਦਾ ਧਰਮ ਇਸਲਾਮ ਹੈ, ਮੁਸਲਮਾਨ ਆਦਮੀ ਹੈ, ਤੇ ਇੱਕ ਮੁਸਲਮਾਨ ਦੀ ਉਹਦੀ ਧੀ ਚੁੱਕੀ ਹੈ ਤੇ ਫਰਿਆਦੀ ਕਿਤੇ ਭੋ ਕੇ ਆ ਰਿਹਾ ਹੈ ਸਿੱਖ ਦੇ ਕੋਲ। ਇਹ ਵਿਲੱਖਣਤਾ ਹੈ ਸਾਡੇ ਇਤਿਹਾਸ ਦੀ। ਠੀਕ ਹੈ, ਸਾਨੂੰ ਜਰਾਇਮ ਪੇਸ਼ਾ ਕੌਮ ਆ, ਬਹੁਤ ਸਾਰੇ ਲੋਕਾਂ ਨੇ ਕਿਹਾ ਆਜ਼ਾਦੀ ਤੋਂ ਬਾਅਦ ਸਾਡੇ ਦਲ ਵਿੱਚ ਉਹਨਾਂ ਨੇ ਇਨਾਮ ਪਾਇਆ ਕਿ ਸਿੱਖ ਜਰਾਇਮ ਪੇਸ਼ਾ ਕੌਮ ਨੇ। ਪਰ ਕਦੀ ਪੜ੍ਹ ਕੇ ਦੇਖੋ ਸਿੱਖਾਂ ਦਾ ਇਤਿਹਾਸ, ਸਿੱਖ ਜਰਾਇਮ ਪੇਸ਼ਾ ਨਹੀਂ। ਸਿੱਖ ਦੂਜਿਆਂ ਦੇ ਜ਼ੁਲਮ ਨਹੀਂ ਕਰਦੇ, ਸਿੱਖ ਕਿਸੇ ਨਾਲ ਧੱਕਾ ਨਹੀਂ ਕਰਦੇ। ਠੀਕ ਹੈ ਕਿ ਅੱਜ ਧੱਕੇ ਨਾਲ ਸਾਡੇ ਨਾਲ ਲੜਾਈਆਂ ਪਾਈਆਂ ਜਾ ਰਹੀਆਂ ਨੇ ਤੇ ਸਾਨੂੰ ਝੱਲਣੀਆਂ ਪੈ ਰਹੀਆਂ ਨੇ। ਅੱਜ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਇਹੋ ਕੋਈ ਹੈ। ਕਿਤੇ ਨਾ ਕਿਤੇ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਇਸ ਗੱਲ ਦਾ ਭਾਵ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਜਿਹੜਾ ਸ਼ਾਂਤਮਈ ਰਹਿ ਕੇ ਇਹਨਾਂ ਨੇ ਮੋਰਚਾ ਫਤਿਹ ਕੀਤਾ ਹੈ, ਹੁਣ ਜਿਹੜੀ ਇਹਨਾਂ ਦੀ ਸ਼ਾਨ ਪੂਰੇ ਵਰਲਡ ਦੇ ਵਿੱਚ ਸੰਸਾਰ ਵਿੱਚ ਬਣੀ ਹੈ, ਉਹਨੂੰ ਤੋੜਿਆ ਜਾਏ, ਉਹਨੂੰ ਖਤਮ ਕੀਤਾ ਜਾਏ। ਤੁਹਾਡੇ ਬਾਰੇ ਅਗਲੇ ਇਦਾਂ ਦੀ ਸ਼ਾਨ ਬਣਾਉਣਾ ਚਾਹੁੰਦੇ ਨੇ, ਤਾਂ ਦੂਜਿਆਂ ਨੂੰ ਜ਼ਰੂਰ ਕਰਦੇ ਨੇ, ਇਹ ਤਾਂ ਦੂਜਿਆਂ ਨੂੰ ਮਾਰਦੇ, ਧੱਕਾ ਕਰਦੇ, ਸਾਰੇ ਕੰਮ ਏਜੰਸੀਆਂ ਕਰਵਾ ਰਹੀਆਂ ਨੇ, ਲੋਕ ਕਰਨ ਵਾਸਤੇ ਤਿਆਰ ਨਹੀਂ। ਪਰ ਸਿਰ ਕਿਸੇ ਨੇ ਕਦੀ ਜ਼ੁਲਮ ਨਹੀਂ ਕਰਦਾ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ। ਸੋ ਖੈਰ, ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ, ਭਾਈ ਨਿਹੰਗ ਖਾਨ ਨੇ ਆਪਣੇ ਘਰ ਦੇ ਦਰਵਾਜ਼ੇ ਖੋਲ੍ਹੇ। ਕਲਗੀਧਰ ਪਾਤਸ਼ਾਹ ਜੀ ਭਾਈ ਨਿਹੰਗ ਖਾਨ ਦੇ ਘਰ ਵਿੱਚ ਆਏ ਨੇ। ਅੱਜ ਵੇਲਾ ਬੜਾ ਪੂਰਾ ਹੈ। ਅੱਜ ਅਨੰਦਪੁਰ ਉੱਜੜ ਚੁੱਕਾ ਹੈ। ਅਨੰਦਪੁਰ ਦੇ ਵਿੱਚ ਟੁੱਟੇ ਫੁੱਟੇ ਗੱਡੇ ਪਏ ਹੋਏ ਨੇ, ਟੁੱਟੀਆਂ ਫੁੱਟੀਆਂ ਕਾਠੀਆਂ ਪਈਆਂ ਹੋਈਆਂ ਨੇ ਘੋੜਿਆਂ ਦੀਆਂ। ਕਈ ਵਿਚਾਰੇ ਘੋੜੇ ਅਨੰਦਪੁਰ ਦੇ ਕਿਲੇ ਵਿੱਚ ਮਰੇ ਪਏ ਨੇ, ਉਹਨਾਂ ਦੇ ਕੰਕਾਲ ਪਾਏ ਹੋਏ ਨੇ। ਅੱਜ ਅਨੰਦਪੁਰ ਬਿਲਕੁਲ ਬਦਲ ਚੁੱਕਾ ਹੈ। ਪਰ ਭਾਈ ਨਿਹੰਗ ਖਾਨ ਜਿਸ ਤਰੀਕੇ ਨਾਲ ਪਹਿਲਾਂ ਕਲਗੀਧਰ ਪਾਤਸ਼ਾਹ ਦਾ ਆਪਣੇ ਘਰ ਵਿੱਚ ਸਵਾਗਤ ਕਰਦਾ ਸੀ, ਅੱਜ ਵੀ ਉਸੇ ਤਰੀਕੇ ਨਾਲ ਸਵਾਗਤ ਕਰਦਾ ਹੈ। ਆਪਣੇ ਘਰ ਦੇ ਦਰਵਾਜ਼ੇ ਖੋਲ੍ਹਦਾ, ਗੁਰੂ ਸਾਹਿਬ ਤੁਸੀਂ ਆਓ ਸਾਡੇ ਘਰ ਵਿੱਚ। ਕਲਗੀਧਰ ਪਾਤਸ਼ਾਹ ਅੱਜ ਦੇ ਦਿਨ ਇੱਕ ਮੁਸਲਮਾਨ ਭਾਈ ਨਿਹੰਗ ਖਾਨ ਦੇ ਘਰ ਵਿੱਚ ਕਰਦੇ ਨੇ। ਤੇ ਇੱਕ ਗੱਲ ਨੂੰ ਚੇਤੇ ਵਿੱਚ ਰੱਖਿਓ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲਦੇ ਨੇ ਤੇ ਮਾਛੀਵਾੜੇ ਦੇ ਜੰਗਲਾਂ ਵਿੱਚ ਜਾਂਦੇ ਨੇ, ਤੇ ਉਹਨਾਂ ਦੇ ਨਾਲ ਦੋ ਇਤਿਹਾਸ ਵਿੱਚ ਸਾਨੂੰ ਪਾਤਰਾਂ ਦਾ ਜ਼ਿਕਰ ਮਿਲਦਾ, ਭਾਈ ਗਨੀ ਖਾਨ ਤੇ ਭਾਈ ਨਬੀ ਖਾਨ। ਉਹਨਾਂ ਦੋਵਾਂ ਦਾ ਧਰਮ ਵੀ ਇਸਲਾਮ ਸੀ। ਤੇ ਭਾਈ ਗਨੀ ਖਾਨ ਤੇ ਭਾਈ ਨਬੀ ਖਾਨ ਭਾਈ ਨਿਹੰਗ ਖਾਨ ਦੀ ਭੂਆ ਦੇ ਸਪੁੱਤਰ ਸਨ। ਇਹਨਾਂ ਦੀ ਇੱਕ ਦੂਜੇ ਦੇ ਨਾਲ ਰਿਸ਼ਤੇਦਾਰੀ ਸੀ। ਬੜਾ ਵੱਡਾ ਯੋਗਦਾਨ ਹੈ ਇਹਨਾਂ ਦਾ ਇਤਿਹਾਸ ਵਿੱਚ। ਇਹ ਜਿਹੜਾ ਪਰਿਵਾਰ ਸੀ, ਇਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਖਾਲਸਾ ਪੰਥ ਦੇ ਲੇਖੇ ਲਾਈ ਸੀ। ਕੁਰਬਾਨੀ ਕਮਾਈ ਨਹੀਂ ਚਾਹੀਦੀ ਕਿਸੇ ਦੀ। ਕਲਗੀਆਂ ਵਾਲੇ ਪਾਤਸ਼ਾਹ ਭਾਈ ਨਿਹੰਗ ਖਾਨ ਦੇ ਘਰ ਵਿੱਚ ਦਾਖਲ ਹੋਏ। ਇਹਨੇ ਤੇ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਦੀ ਜ਼ਿੰਮੇਵਾਰੀ ਲਾਈ। ਭਾਈ ਰਜਿੰਦਰ ਸਿੰਘ ਸਰਸਾ ਨਦੀ ਦੇ ਕੰਢੇ ਤੇ ਲੜ ਰਹੇ ਨੇ, ਤੁਸੀਂ ਜਾ ਕੇ ਉਹਨਾਂ ਦੀ ਮਦਦ ਕਰਨੀ ਹੈ। ਸਾਹਿਬਜ਼ਾਦਾ ਅਜੀਤ ਸਿੰਘ ਜਾਂਦੇ ਨੇ। ਸਰਸਾ ਨਦੀ ਦੇ ਘਮਸਾਨ ਦਾ ਯੁੱਧ ਹੋਇਆ, ਕਈ ਸਿੱਖ ਉੱਤੇ ਸ਼ਹੀਦ ਹੋ ਗਏ। ਸਿੱਖਾਂ ਦੀਆਂ ਲਾਸ਼ਾਂ ਸਰਸਾ ਨਦੀ ਦੇ ਕੰਢੇ ਤੇ ਪਈਆਂ ਨੇ। ਕੁਝ ਨੂੰ ਸਰਸਾ ਨਦੀ ਦਾ ਪਾਣੀ ਰੁੜ ਕੇ ਲੈ ਜਾਂਦਾ ਹੈ। ਸਾਹਿਬਜ਼ਾਦਾ ਅਜੀਤ ਸਿੰਘ ਭਾਈ ਰਜਿੰਦਰ ਸਿੰਘ ਦਾ ਜ਼ਖਮੀ ਸਰੀਰ ਲੈ ਕੇ, ਉਹਨਾਂ ਦਾ ਜਿਹੜਾ ਸਰੀਰ ਹੈ, ਇਤਿਹਾਸ ਦੱਸਦਾ ਹੈ ਕੋਈ ਵੀ ਸਰੀਰ ਤੇ ਐਸਾ ਅੰਗ ਨਹੀਂ ਸੀ ਜਿੱਥੇ ਕਿਤੇ ਫੱਟ ਨਾ ਲੱਗਾ ਹੋਵੇ। ਤੇ ਭਾਈ ਰਜਿੰਦਰ ਸਿੰਘ ਇਤਿਹਾਸ ਦਾ ਉਹ ਸੂਰਮਾ ਸੀ ਜਿਹਨੇ ਮਸਤ ਹਾਥੀ ਦੇ ਮੱਥੇ ਵਿੱਚ ਨਾਗਣੀ ਮਾਰ ਕੇ ਉਹਦਾ ਮੂੰਹ ਦੂਜੇ ਬੰਨੇ ਕਰ ਦਿੱਤਾ ਸੀ। ਉਹ ਸੂਰਮਾ ਸੀ ਭਾਈ ਰਜਿੰਦਰ ਸਿੰਘ।
ਭਾਈ ਮਹਿੰਦਰ ਸਿੰਘ ਦਾ ਅੱਜ ਸਰੀਰ ਖੂਨ ਦੇ ਨਾਲ ਲੱਥਪੱਥ ਹੋਇਆ ਹੈ, ਕੱਪੜੇ ਉਹਨਾਂ ਦੇ ਖੂਨ ਦੇ ਨਾਲ ਲੱਥਪੱਥ ਹੋਏ ਨੇ। ਸਾਹਿਬਜ਼ਾਦਾ ਅਜੀਤ ਸਿੰਘ ਉਹਨਾਂ ਨੂੰ ਘੋੜੇ ਤੇ ਪਾ ਕੇ ਭਾਈ ਨਿਹੰਗ ਖਾਂ ਦੇ ਘਰ ਵਿੱਚ ਲੈ ਕੇ ਜਾਂਦੇ ਨੇ। ਅੱਜ ਦਾ ਜਿਹੜਾ ਦਿਨ ਹੈ, ਇਸ ਦਿਨ ਵਿੱਚ ਭਾਈ ਮਹਿੰਦਰ ਸਿੰਘ ਭਾਈ ਨਿਹੰਗ ਖਾਂ ਦੇ ਘਰ ਤੇ ਜਾਣ ਕੇ ਬੈਠ ਜਾਂਦੇ ਨੇ। ਅੱਜ ਜਿਹੜੀ ਹੁਣ ਰਾਤ ਅਸੀਂ ਮੌਜੂਦਾ ਬੈਠੇ ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਗੱਲ ਨੂੰ ਮਹਿਸੂਸ ਕੀਤਾ, ਸਾਡਾ ਬਹੁਤਾ ਲੰਮਾ ਸਮਾਂ ਇੱਥੇ ਰਹਿਣਾ ਠੀਕ ਨਹੀਂ। ਪਾਤਸ਼ਾਹ ਜੀ ਨੇ ਚਮਕੌਰ ਦੀ ਗੜੀ ਵਾਲੇ ਪਾਸੇ ਨੂੰ ਚਾਲੇ ਪਾ ਦਿੱਤੇ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਿਨ ਨਿਹੰਗ ਖਾਂ ਦੇ ਘਰ ਵਿੱਚ ਕੱਟਦੇ ਨੇ ਤੇ ਰਾਤ ਨੂੰ ਚਮਕੌਰ ਦੀ ਗੜੀ ਵਾਲੇ ਪਾਸੇ ਨੂੰ ਚਾਲੇ ਪਾ ਦਿੰਦੇ ਨੇ। ਹੁਣ ਚਮਕੌਰ ਦੀ ਗੜੀ ਦਾ ਇੱਕ ਆਪਣਾ ਇਤਿਹਾਸ ਹੈ। ਮੈਂ ਪਿਛਲੀ ਵਾਰ ਵੀ ਬੇਨਤੀ ਕੀਤੀ ਸੀ, ਸਿੱਖ ਇਤਿਹਾਸ ਵਿੱਚ 3 ਗੜੀਆਂ ਦਾ ਸਾਨੂੰ ਜ਼ਿਕਰ ਮਿਲਦਾ ਹੈ। 3 ਗੜੀਆਂ ਦਾ। ਪਹਿਲੀ ਹੈ ਚਮਕੌਰ ਦੀ ਗੜੀ, ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਫਰਜ਼ੰਦਾਂ ਨੇ, ਉਹਨਾਂ ਦੇ ਸਿੱਖਾਂ ਨੇ ਤੇ ਪਾਤਸ਼ਾਹ ਜੀ ਨੇ ਆਪ ਕਮਾਲ ਦੀ ਯੁੱਧ ਨੀਤੀ ਵਿਖਾਈ ਤੇ ਮੁਗਲ ਫੌਜਾਂ ਜਿਹੜਾ ਕਾਰਨਾਮਾ ਕਰਨਾ ਚਾਹੁੰਦੀਆਂ ਸਨ ਕਿ ਗੁਰੂ ਜੀ ਨੂੰ ਜੀਦਾ ਪੜ੍ਹਨਾ, ਉਸ ਕਾਰਨਾਮੇ ਵਿੱਚ ਉਹ ਸਫਲ ਨਾ ਹੋ ਸਕੇ। ਦੂਜੀ ਸਾਨੂੰ ਗੜੀ ਦਾ ਜ਼ਿਕਰ ਮਿਲਦਾ ਗੁਰਦਾਸ ਮੰਡਲ ਦੀ ਗੜੀ। ਕਦੀ ਜਾਇਓ ਗੁਰਦਾਸਪੁਰ ਦੇ ਏਰੀਏ ਵਿੱਚ ਤੇ ਵੇਖ ਕੇ ਆਇਓ ਉਸ ਜਗ੍ਹਾ ਨੂੰ, ਉਸ ਸਥਾਨ ਨੂੰ। ਅੱਜ ਵੀ ਉਹ ਜਿਹੜਾ ਗੁਰਦੁਆਰਾ ਸਾਹਿਬ ਹੈ, ਉਹ ਇੱਕ ਉੱਚੀ ਟਿੱਬੀ ਦੇ ਉੱਪਰ ਬਣਿਆ ਹੋਇਆ ਹੈ। ਉਸ ਗੁਰਦੁਆਰਾ ਸਾਹਿਬ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਸ ਗੜੀ ਦੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਹੈ। ਤੇ ਤੀਜੀ ਇਤਿਹਾਸ ਵਿੱਚ ਗੜੀ ਦਾ ਸਾਨੂੰ ਜ਼ਿਕਰ ਮਿਲਦਾ ਸਾਰਾ ਗੜੀ, ਜਿਹਦੇ ਵਿੱਚ ਸਿੱਖਾਂ ਨੇ ਬੜੀ ਸ਼ੂਰਬੀਰਤਾ ਦੇ ਨਾਲ ਜੰਗ ਲੜੀ, ਜਿਹਦੇ ਵਿੱਚ ਸਿੱਖਾਂ ਨੇ ਬੜੀ ਸ਼ੂਰਬੀਰਤਾ ਦਾ ਮੁਜ਼ਾਹਰਾ ਕੀਤਾ ਜਾਂਦਾ। ਇਹ 3 ਗੜੀਆਂ ਸਾਡੇ ਮੁੱਖ ਤੌਰ ਤੇ ਇਤਿਹਾਸ ਵਿੱਚ ਸਾਨੂੰ ਮਿਲਦੀਆਂ ਨੇ। ਜਿਹੜਾ ਅੱਜ ਦਾ ਸਾਡਾ ਸਬੰਧ ਹੈ ਚਮਕੌਰ ਦੀ ਗੜੀ ਦੇ ਨਾਲ, ਕਵੀ ਅੱਲਾ ਯਾਰ ਖਾਨ ਜੋਗੀ ਇੱਕ ਬੜਾ ਦਾਨਾ ਸ਼ਾਇਰ ਹੋਇਆ। ਵੈਸੇ ਹੈ ਤਾਂ ਮੁਸਲਮਾਨ ਸੀ, ਇਸਲਾਮ ਦੇ ਨਾਲ ਸੰਬੰਧ ਰੱਖਦਾ ਸੀ, ਪਰ ਮੁਸਲਮਾਨ ਹੋ ਕੇ ਉਸ ਸਿੱਖਾਂ ਦੀ ਤਾਰੀਫ ਕਰਨ ਨੂੰ ਰਹਿ ਨਾ ਸਕਿਆ। ਜਦੋਂ ਉਹਨੇ ਕਲਗੀਧਰ ਪਾਤਸ਼ਾਹ ਦਾ ਇਤਿਹਾਸ ਪੜ੍ਹਿਆ, ਉਹ ਰਹਿ ਨਾ ਸਕਿਆ। ਉਹਨੇ ਆਪਣੀ ਨਜ਼ਮ ਲਿਖੀ। ਨਜ਼ਮ ਕਹਿੰਦੇ ਨੇ ਉਰਦੂ ਦੀ ਇੱਕ ਲੰਮੀ ਕਵਿਤਾ, ਜਿਹਦੇ ਵਿੱਚ ਇਤਿਹਾਸ ਦੇ ਕਿਸੇ ਇੱਕ ਸਾਕੇ ਨੂੰ ਮੁਕੰਮਲ ਤਰੀਕੇ ਦੇ ਨਾਲ ਬਿਆਨ ਕੀਤਾ ਗਿਆ ਹੋਵੇ, ਉਹਨੂੰ ਕਿਹਾ ਜਾਂਦਾ ਹੈ ਨਜ਼ਮ। ਉਰਦੂ ਦੀ ਇੱਕ ਉਹਨੇ ਨਜ਼ਮ ਲਿਖੀ, ਉਹਦੇ ਵਿੱਚ ਬੜੇ ਪਿਆਰੇ ਬੋਲ ਲਿਖਦਾ ਹੈ। ਉਹ ਕਹਿੰਦਾ ਜਿਸ ਦਾ ਹੋਏ ਚਮਕੌਰ ਵਿੱਚ ਸਿੰਘੋਂ ਕੇ ਉਤਾਰੇ। ਜਦੋਂ ਕਲਗੀਆਂ ਵਾਲੇ ਬਾਦਸ਼ਾਹ ਚਮਕੌਰ ਦੀ ਗੜੀ ਦੇ ਵਿੱਚ ਆਉਂਦੇ ਨੇ ਤੇ ਚਮਕੌਰ ਦੀ ਗੜੀ ਭਾਈ ਬੁੱਧੀ ਚੰਦ ਰਾਵਤ ਦੀ ਗੜੀ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬੜਾ ਵੱਡਾ ਸ਼ਰਧਾਲੂ ਹੈ। ਪਹਿਲਾਂ ਵੀ 2 ਵਾਰ ਕਲਗੀਆਂ ਵਾਲੇ ਬਾਦਸ਼ਾਹ ਚਮਕੌਰ ਸਾਹਿਬ ਦੇ ਵਿੱਚ ਫੇਰਾ ਪਾ ਚੁੱਕੇ ਨੇ ਤੇ ਚਮਕੌਰ ਸਾਹਿਬ ਦੀ ਜਿਹੜੀ ਗੜੀ ਹੈ, ਅੱਜ ਵੀ ਤੁਸੀਂ ਵੇਖਿਓ, ਉਹ ਇੱਕ ਉੱਚੀ ਟਿੱਬੀ ਦੇ ਉੱਪਰ ਬਣੀ ਹੋਈ ਜਗ੍ਹਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿੱਥੇ ਸੰਤ ਨੇ, ਉੱਥੇ ਸਿਪਾਹੀ ਨਹੀਂ। ਸਿੱਖੀ ਦੇ ਵਿੱਚ 2 ਚੀਜ਼ਾਂ ਦਾ ਮੇਲ ਹੈ, ਇੱਕ ਯੋਗ ਦਾ ਤੇ ਦੂਜਾ ਜੁਗਤ ਦਾ। 2 ਚੀਜ਼ਾਂ ਦਾ ਮੇਲ ਹੈ ਸਿੱਖੀ ਦੇ ਵਿੱਚ। ਮੀਰੀ ਦੇ ਪੀਰੀ ਦਾ ਸਥਾਨ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੰਤ ਵਾਲੇ ਤੁਸੀਂ ਗੁਣ ਵੇਖੋਗੇ ਤੇ ਉਹਨਾਂ ਦਾ ਜੀਵਨ ਤੁਹਾਨੂੰ ਮੁਕੰਮਲ ਦਿਸੇਗਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਿਪਾਹੀ ਵਾਲੇ ਗੁਣ ਵੇਖੋਗੇ ਤੇ ਤੁਹਾਨੂੰ ਉੱਥੇ ਵੀ ਉਹਨਾਂ ਦਾ ਜੀਵਨ ਮੁਕੰਮਲ ਦਿਸੇਗਾ। ਸਾਨੂੰ ਜਾਣਦੇ ਨੇ ਸ਼ਾਹੀ ਟਿੱਬੀ ਤੋਂ ਥੱਲੇ ਬੈਠੀ ਕੋਈ ਫੌਜ ਦਾ ਮੁਕਾਬਲਾ ਬੜੇ ਸੌਖੇ ਤਰੀਕੇ ਨਾਲ ਹੋ ਸਕਦਾ ਹੈ। ਅੱਜ ਵੀ ਜਦੋਂ ਤੁਸੀਂ ਅਨੰਦਪੁਰ ਸਾਹਿਬ ਵੀ ਜਾਓ ਤੇ ਕੇਸਗੜ੍ਹ ਸਾਹਿਬ ਵਾਲੀ ਜਿਹੜੀ ਥਾਂ ਹੈ, ਜਿਹੜੀ ਜਗ੍ਹਾ ਬੜੀ ਉੱਚੇ ਥਾਂ ਤੇ ਬਣੀ ਹੋਈ ਹੈ, ਮਾੜਾ ਬੰਦਾ ਤਾਂ ਉੱਥੇ ਚੜ੍ਹਦਾ ਉਹ ਥੱਕ ਜਾਂਦਾ, ਉਹ ਵੀ ਉੱਚੇ ਥਾਂ ਤੇ ਬਣੀ ਹੋਈ ਹੈ। ਚਮਕੌਰ ਸਾਹਿਬ ਦੀ ਧਰਤੀ ਦੇ 2 ਗੁਰਦੁਆਰੇ ਨੇ, ਇੱਕ ਉੱਪਰ ਬਣਿਆ ਹੋਇਆ ਸ਼ਾਹੀ ਟਿੱਬੀ ਤੇ, ਦੂਜਾ ਬਣਿਆ ਹੋਇਆ ਥੱਲੇ। ਬੁੱਧੀ ਚੰਦ ਰਾਵਤ ਦੀ ਗੜੀ ਸੀ, ਉੱਚੇ ਥਾਂ ਤੇ ਬਣੀ ਹੋਈ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬੁੱਧੀ ਚੰਦ ਰਾਵਤ ਨੂੰ ਮਿਲਦੇ ਨੇ, ਆਖਦੇ ਨੇ ਤੁਹਾਡੀ ਸੇਵਾ ਦੀ ਲੋੜ ਹੈ, ਅੱਜ ਖਾਲਸਾ ਪੰਥ ਤੁਹਾਡੇ ਕੋਲ ਸੇਵਾ ਲੈਣਾ ਚਾਹੇਗਾ। ਦੋਵੇਂ ਹੱਥ ਜੋੜ ਕੇ ਖਲੋਤਾ ਹੋਇਆ ਆਖਿਆ ਪਾਤਸ਼ਾਹ ਜਿਹੜੀ ਵੀ ਚੀਜ਼ ਤੁਸੀਂ ਮੰਗੋ ਹਾਜ਼ਰ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਜਿਹੜੀ ਗੜੀ ਹੈ, ਅੱਜ ਇਹ ਸਾਨੂੰ ਚਾਹੀਦੀ ਹੈ ਇੱਕ ਰਾਤ ਵਾਸਤੇ, ਇੱਕ ਰਾਤ ਵਾਸਤੇ ਚਾਹੀਦੀ ਹੈ, ਇਸ ਤੋਂ ਬਾਅਦ ਅਸੀਂ ਇੱਥੋਂ ਅੱਜ ਚਲੇ ਜਾਣਾ ਹੈ। कवि अल्लाह जातना जोगी लिखता कि जिसका हुए चमकौर में सिंहों के उतारे, जुलाए हुए शेर के सब गैस के मारे, आंखों से निकलते थे दलेरों के शरारे। गुस्सा सी ना खाने में की वापर गया साढ़े नाल, इन्हां ने ते कसमां खादियां सन,
ਇਹਨਾਂ ਕੁਰਾਨ ਹੱਥਾਂ ਵਿੱਚ ਲੈ ਕੇ ਆਉਂਦੇ ਸਨ ਤੇ ਕੁਰਾਨ ਹੱਥਾਂ ਵਿੱਚ ਲੈ ਕੇ ਕਹਿੰਦੇ ਸਨ ਇੱਕ ਵਾਰੀ ਅਨੰਦਪੁਰ ਖਾਲੀ ਕਰ ਲਓ, ਅਸੀਂ ਲੋਕਾਂ ਦੇ ਮੂੰਹ ਵਿਖਾਉਣ ਜੋਗੇ ਰਹਿ ਜਾਵਾਂਗੇ। ਗੁਰੂ ਸਾਹਿਬ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ। ਆਟੇ ਦੀਆਂ ਦਾਲਾਂ ਬਣਾ ਕੇ ਇਹਨਾਂ ਨੂੰ ਭੇਜੀਆਂ ਸਨ। ਮੈਂ ਫਿਰ ਕਿਸੇ ਵਿਦਵਾਨ ਨੂੰ ਸੁਣ ਰਿਹਾ ਸੀ ਤੇ ਉਹਨੇ ਬੜੀ ਕੀਮਤੀ ਗੱਲ ਸੁਣਿਆ ਕਿ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਦੋਂ ਇਸ ਇਤਿਹਾਸ ਨੂੰ ਕੋਈ ਪੜ੍ਹੇਗਾ ਤੇ ਉਹ ਇਹ ਗੱਲ ਮਨ ਵਿੱਚ ਮਹਿਸੂਸ ਕਰੇਗਾ ਕਿ ਗੁਰੂ ਸਾਹਿਬ ਦੇ ਨਾਲ ਧੋਖਾ ਹੋਇਆ, ਗੁਰੂ ਸਾਹਿਬ ਦੇ ਨਾਲ ਧੋਖਾ ਹੋਇਆ। ਪਰ ਇੱਕ ਗੱਲ ਨੂੰ ਹਮੇਸ਼ਾ ਆਪਣੇ ਚੇਤੇ ਵਿੱਚ ਵਸਾ ਕੇ ਰੱਖੇ, ਗੁਰੂ ਦੇ ਨਾਲ ਕੋਈ ਧੋਖਾ ਨਹੀਂ ਕਰ ਸਕਦਾ, ਗੁਰੂ ਦੇ ਨਾਲ ਨਹੀਂ ਧੋਖਾ ਕਰ ਸਕਦਾ। ਗੁਰੂ ਸਾਹਿਬ ਜਾਣਦੇ ਸਨ ਇਹਨਾਂ ਨੇ ਪਹਿਲਾਂ ਵੀ ਕਈ ਵਾਰ ਕਸਮਾਂ ਖਾਧੀਆਂ ਨੇ, ਮੁਕਰ ਜਾਣਗੇ, ਪਹਿਲਾਂ ਵੀ ਕਈ ਵਾਰ ਵਾਅਦੇ ਕਰ ਚੁੱਕੇ ਨੇ, ਮੁਕਰ ਜਾਣਗੇ। ਪਰ ਗੁਰੂ ਸਾਹਿਬ ਉਹਨਾਂ ਦੇ ਝੂਠ ਤੇ ਪ੍ਰੇਮ ਨੂੰ ਬਾਹਰ ਪ੍ਰਗਟ ਕਰਨਾ ਚਾਹੁੰਦੇ ਸਨ। ਗੁਰੂ ਦੇ ਨਾਲ ਧੋਖਾ ਕੌਣ ਕਰ ਸਕਦਾ ਹੈ? ਅੱਜ ਤੱਕ ਹੈ ਕੋਈ ਉਹਨਾਂ ਦੇ ਵਿੱਚ ਜਿਹੜਾ ਗੁਰੂ ਦੇ ਨਾਲ ਵੀ ਧੋਖਾ ਕਰ ਸਕੇ? ਪਰ ਗੁਰੂ ਸਾਹਿਬ ਉਹਨਾਂ ਦੇ ਅੰਦਰ ਦੇ ਕਪਟੀ ਪੁਣੇ ਨੂੰ ਬਾਹਰ ਲੈ ਕੇ ਆਉਣਾ ਚਾਹੁੰਦੇ ਸਨ। ਤਾਂ ਮਹਾਰਾਜ ਨੇ ਅਨੰਦਪੁਰ ਸਾਹਿਬ ਦੀ ਉਸ ਥਾਂ ਨੂੰ ਛੱਡ ਕੇ ਤੇ ਸਰਸਾ ਨਦੀ ਵੱਲ ਚਾਲੇ ਪਾਏ ਸਨ। ਕਵੀ ਅੱਲਾ ਜਾਤਾ ਲੋਗੀ ਕਹਿੰਦਾ ਹੈ, ਇਹਦਾ ਜਿਸ ਤਰ੍ਹਾਂ ਹੋਵੇ ਚਮਕੌਰ ਨੇ ਸਿੰਘੋं के पुकारे जुलाए हुए शेर थे सब कैद के मारे आंखों से निकलते थे दलेरों के शरारे सतगुर के सिवा और गजबनाक थे सारे। ਇਹਦਾ ਸਤਿਗੁਰੂ ਬੜੇ ਆਰਾਮ ਨਾਲ ਟਿਕੇ ਹੋਏ ਨੇ, ਪਰ ਬਾਕੀ ਸਾਰੇ ਸਿੱਖ ਅੰਦਰ ਗੁੱਸੇ ਦੇ ਨਾਲ ਭਰੇ ਪੀਤੇ ਨੇ। ਵੈਰੀਆਂ ਨੇ ਕੀ ਕੀਤਾ ਸਾਡੇ ਨਾਲ? ਸਾਡੇ ਕਿੰਨੇ ਪਿਆਰੇ ਸਿੱਖ ਅਨੰਦਪੁਰ ਸਾਹਿਬ ਹੱਸਦਾ ਵਸਦਾ ਅੱਜ ਸਾਡੇ ਕੋਲੋਂ ਵਿਛੜ ਗਿਆ। सतगुर के सिवा और गजबनाक के सारे। अगे लिखता कि गुस्से से नजर जाती थी अफवाज अदू पर। अफवाज अदू का मतलब होता है शत्रु की सेना। गुस्से के नाल मुगल सेना वाल देखते हैं। गुस्से से नजर जाती थी अफवाज अदू पर, तेगों से निगाह पड़ती थी दुश्मन के गल पर। कहता जो हाथ में तलवार फड़ते ਤੇ ਉਹਨਾਂ ਦੀ ਨਿਗਾਹ ਦੁਸ਼ਮਣ ਦੇ ਗਲੇ ਤੱਕ ਜਾਂਦੀ ਹੈ। ਕਦੋਂ ਸਾਡੀ ਤਲਵਾਰ ਦੁਸ਼ਮਣ ਦੇ ਗਲੇ ਤੱਕ ਪਹੁੰਚੇ ਤੇ ਕਦੋਂ ਅਸੀਂ ਇਹਨਾਂ ਨੂੰ ਮਾਰ ਕੇ ਤੇ ਮਿੱਟੀ ਦੇ ਨਾਲ ਮਿਲਾ ਦੇਈਏ। ਇਹ ਸੀ ਸਿੰਘਾਂ ਦਾ ਉਸ ਵਕਤ ਜੋਸ਼, ਇਹ ਸੀ ਸਿੰਘਾਂ ਦਾ ਉਸ ਵਕਤ ਦਾ ਮਾਹੌਲ। ਕਿਤਨਾ ਚਮਕੌਰ ਦੀ ਗੜੀ ਦੇ ਵਿੱਚ ਕਿੰਨਾ ਹਾਲਾਤਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਰਹਿੰਦੇ ਹੋਣਗੇ। ਤੇ ਕਵੀ ਅੱਲਾ ਜਾਗਦਾ ਜੋਗੀ ਨੇ ਇੱਕ ਥਾਂ ਬੜੀ ਕੀਮਤੀ ਗੱਲ ਲਿਖੀ, ਕਹਿੰਦਾ ਜਦ ਢੇਰ ਘੜੀ ਰਾਤ ਗਈ ਜ਼ਿਕਰੇ ਖੁਦਾ ਮੇਂ। ਜਦੋਂ ਚਮਕੌਰ ਦੀ ਗੜੀ ਦੇ ਵਿੱਚ ਰਾਤ ਬੀਤਦੀ ਹੈ ਨਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਹੜਾ ਇੱਕ ਸਾਈਡ ਤੇ ਖੀਮਾ ਬਣਿਆ ਹੋਇਆ ਉੱਥੋਂ ਬਾਹਰ ਆਉਂਦੇ ਨੇ। ਜਦ ਢੇਰ ਘੜੀ ਰਾਤ ਗਈ ਜ਼ਿਕਰੇ ਖੁਦਾ में खेमे से निकल आए सतगुरु हवा में बोले ऐ खुदावंद खुशबू तेरी रज़ा में। देखो साथ संगत कैसा माहौल होएगा, किहो जिहा रब दे नाल उस लंबिया रातां दे माही में प्रीतां होणगीਆਂ। कितना मुश्किल दौर है ते फिर भी रब दा पाना, रब दा शुक्र, फिर भी इतना बड़ा सबर, फिर भी इतना बड़ा देरा। दुनियावी बंदा है, बंदा तो बड़ी छेती खिड़क जाता है, बंदा बड़ी छेती खिड़क जाता है। बंदा अज हो रहा है कल हो रहा है। समय समय ते बंदे दे मन दी परिस्थितियां बदलदियां रहिंदियां ने, पर उस राही नूं कदी तक के देखो कोई परिस्थितियां बदलदियां नहीं। कोई रब दे नाल लामा भी नहीं, गिला नहीं कोई भी रब दे नाल। एक बारी भी उन्होंने अपनी जुबान को कभी ये नहीं कहा रब्बा बड़ा माड़ा कीता, बड़ा धक्का कीता है, बड़ा साडे नाल जुल्म होया, साडा तां परिवार कितना हसदा वसदा सी, सारा उजड़ गया, कोई लामा नहीं। पर जदों तुसीं दुनियावी बंदे वाले देखो, साडे तां बड़े रब दे नाल जुले शिकवे ने। ਧੀਆਂ ਪੁੱਤਾਂ ਦੇ ਆ ਡਰ, ਸਾਡੇ ਆਪਣੇ ਆ ਡਰ, ਰਿਸ਼ਤੇਦਾਰਾਂ ਦੇ ਆ ਡਰ, ਗੁਆਂਢੀਆਂ ਦੇ ਆ ਡਰ, ਕਿੰਨਾ ਕੁਝ ਅਸੀਂ ਸੋਚਦੇ ਹਾਂ। ਸਤਿਗੁਰੂ ਦਾ ਪਰਿਵਾਰ ਸਾਧ ਸੰਗਤ ਤਿੰਨਾਂ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ। ਇੱਕ ਪਾਸੇ ਕਲਗੀਧਰ ਪਾਤਸ਼ਾਹ ਭਾਈ ਹੰਖਾਂ ਦੇ ਘਰ ਵਿੱਚ ਟੁੱਟੇ ਹੋਏ ਚਮਕੌਰ ਦੀ ਗੜੀ ਤੱਕ ਪਹੁੰਚਦੇ ਨੇ। ਭਾਈ ਮਨੀ ਚੰਦ ਰਾਵਤ ਦੀ ਉਸ ਕੱਚੀ ਹਵੇਲੀ ਦੇ ਵਿੱਚ ਸਤਿਗੁਰੂ ਜਾ ਕੇ ਨਿਵਾਸ ਕਰਦੇ ਨੇ। ਦੂਜੇ ਪਾਸੇ गुरु साहब जी ਦੀਆਂ ਪਤਨੀਆਂ ਉਹਨਾਂ ਦੇ ਮਹਿਰ ਤੇ ਭਾਈ ਮਨੀ ਸਿੰਘ ਤੇ ਉਹਨਾਂ ਦੇ ਨਾਲ ਉਹਨਾਂ ਦੀਆਂ ਦੋ ਟਹਿਲਣਾ ਸਨ ਜਿਨ੍ਹਾਂ ਦਾ ਇਤਿਹਾਸ ਵਿੱਚ ਨਾਮ ਮਿਲਦਾ ਭਾਗੋ ਤੇ ਬੀਤੋ। ਇਹਨਾਂ ਦੋਵਾਂ ਨੇ ਰੋਪੜ ਦੀ ਧਰਤੀ ਵਾਲੇ ਪਾਸੇ ਨੂੰ ਚਾਲੇ ਪਾਏ ਨੇ ਤੇ ਭਾਈ ਜਵਾਹਰ ਸਿੰਘ ਰੋਪੜ ਦੀ ਧਰਤੀ ਦੇ ਇੱਕ ਗੁਰੂ ਦਾ ਸਿੱਖ ਰਹਿੰਦਾ ਹੈ। ਉਹਨਾਂ ਦੇ ਕੋਲ ਜਾ ਕੇ ਕਲਗੀਧਰ ਪਾਤਸ਼ਾਹ ਜੀ ਦੇ ਮਹਿਲ ਤੇ ਭਾਈ ਮਨੀ ਸਿੰਘ ਇਹ ਉੱਥੇ ਜਾ ਕੇ ਠਹਿਰਦੇ ਨੇ।
ਤੇ ਭਾਈ ਨਿਵਾਸ ਸਿੰਘ ਜਿਹੜਾ ਹੈ ਇਹਦਾ ਦਿੱਲੀ ਦੇ ਵਿੱਚ ਘਰ ਹੈ ਤੇ ਭਾਈ ਲੱਖੀ ਸ਼ਾਹ ਨਗਾਰਾ ਜਿਹੜਾ ਦਿੱਲੀ ਦੀ ਧਰਤੀ ਦਾ ਰਹਿਣ ਵਾਲਾ ਇੱਕ ਬੜਾ ਸਰਦਾ ਤੇ ਪੁੱਜਦਾ ਪਰਿਵਾਰ ਹੈ, ਉਹਨਾਂ ਦੇ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਤੇ ਭਾਈ ਮਨੀ ਸਿੰਘ ਤੇ ਭਾਈ ਨਿਵਾਸ ਸਿੰਘ ਗੁਰੂ ਸਾਹਿਬ ਜੀ ਦੇ ਮਹਿਲਾਂ ਨੂੰ ਲੈ ਕੇ ਤੇ ਦਿੱਲੀ ਦੀ ਧਰਤੀ ਵਾਲੇ ਪਾਸੇ ਨੂੰ ਬਾਅਦ ਵਿੱਚ ਚਲੇ ਜਾਂਦੇ ਨੇ। ਇਹ ਸੀ ਗੁਰੂ ਸਾਹਿਬ ਜੀ ਦੇ ਪਰਿਵਾਰ ਦਾ ਦੂਜਾ ਹਿੱਸਾ। ਤੀਜੇ ਬੰਨੇ ਨੇ ਮਾਤਾ ਗੁਜਰ ਕੌਰ ਤੇ ਉਹਨਾਂ ਦੇ ਨਾਲ ਛੋਟੀ ਜਿਹੀ ਉਮਰ ਦੇ ਦੋ ਉਹਨਾਂ ਦੇ ਪੋਤਰੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ। ਹੁਣ ਸਰਸਾ ਨਦੀ ਦਾ ਪਾਣੀ ਬੜੀ ਤੇਜ਼ੀ ਨਾਲ ਵਹਿ ਰਿਹਾ, ਬੱਚਿਆਂ ਦਾ ਸਰਸਾ ਨਦੀ ਦੇ ਪਾਣੀ ਵਿੱਚ ਖੇਡਣਾ ਬੜਾ ਔਖਾ ਹੈ। ਮਾਤਾ ਗੁਜਰ ਕੌਰ ਤੇ ਉਹਨਾਂ ਦੇ ਨਾਲ ਦੋਵੇਂ ਸਾਹਿਬਜ਼ਾਦੇ ਸਰਸਾ ਨਦੀ ਤੋਂ ਪਾਰ ਨਹੀਂ ਹੋਏ, ਸਰਸਾ ਨਦੀ ਦੇ ਕੰਢੇ ਕੰਢੇ ਤੇ ਤੁਰੇ ਜਾ ਰਹੇ ਨੇ, ਕੰਢੇ ਕੰਢੇ ਤੇ ਤੁਰੇ ਜਾ ਰਹੇ ਨੇ। ਜਦੋਂ ਤੁਸੀਂ ਅੱਜ ਰੋਪੜ ਦੀ ਧਰਤੀ ਤੇ ਜਾਓ, ਉਸ ਤੋਂ ਅੱਗੇ 20 ਕਿਲੋਮੀਟਰ ਅੱਗੇ ਪਿੰਡ ਆਉਂਦਾ ਚੱਕ ਡੇਰਾ, ਉਸ ਪਿੰਡ ਦੇ ਕੋਲ ਆਣ ਕੇ ਸਰਸਾ ਨਦੀ ਸਤਲੁਜ ਦਰਿਆ ਦੇ ਵਿੱਚ ਪੈ ਕੇ ਖਤਮ ਹੋ ਜਾਂਦੀ ਹੈ। ਆਪਣਾ ਆਪਾ ਭਾਵ ਮਿਟਾ ਦਿੰਦੀ, ਪਿੱਛੋਂ ਪਹਾੜਾਂ ਵਿੱਚ ਆਉਂਦੀ ਹੈ, ਪਾਣੀ ਇਕੱਠਾ ਹੁੰਦਾ ਹੈ, ਧਰਤੀ ਤੇ ਵਹਿੰਦੀ ਹੋਈ ਸਤਲੁਜ ਦਰਿਆ ਵਿੱਚ ਆਣ ਕੇ ਖਤਮ ਹੋ ਜਾਂਦੀ ਹੈ। ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਉਸ ਪਿੰਡ ਦੇ ਕੋਲ ਉਸ ਜੂਹ ਦੇ ਵਿੱਚ ਆ ਜਾਂਦੇ ਨੇ। ਉੱਥੇ ਇੱਕ ਬੜਾ ਗਰੀਬ ਜਿਹਾ ਤੇ ਬੜਾ ਦਾਨਾ ਜਿਹਾ ਬੰਦਾ ਰਹਿੰਦਾ, ਜਿਹਦਾ ਇਤਿਹਾਸ ਵਿੱਚ ਨਾਮ ਮਿਲਦਾ ਕੁਮਾ ਮਾਸ਼ਕੀ। ਕੁਮਾ ਮਾਸ਼ਕੀ ਕਰਕੇ ਉਹਨੂੰ ਇਤਿਹਾਸ ਵਿੱਚ ਯਾਦ ਕੀਤਾ ਜਾਂਦਾ ਹੈ। ਵੈਸੇ ਉਹਦਾ ਪੂਰਾ ਨਾਮ ਸੀ ਕਮਲੂਦੀਨ ਤੇ ਉਹ ਤੇ ਬੇੜੀ ਦਾ ਕੰਮ ਕਰਿਆ ਕਰਦਾ ਸੀ, ਬੇੜੀ ਦਾ ਕੰਮ, ਲਾਹ ਦਾ ਕੰਮ ਕਰਿਆ ਕਰਦਾ ਸੀ। ਲੋਕਾਂ ਨੂੰ ਸਵਾਰੀਆਂ ਇੱਕ ਕੰਢੇ ਤੋਂ ਚੋਕੇ ਤੇ ਦੂਜੇ ਕੰਢੇ ਤੱਕ ਲੈ ਕੇ ਜਾਂਦਾ ਸੀ, ਕਿਉਂਕਿ ਦਰਿਆਵਾਂ ਦੇ ਕੰਢੇ ਤੇ ਆਮ ਹੀ ਲੋਕਾਂ ਦਾ ਉਹਨਾਂ ਸਮਿਆਂ ਦੇ ਵਿੱਚ ਕਿੱਤਾ ਹੋਇਆ ਕਰਦਾ ਸੀ। ਅੱਜ ਵੀ ਜਦੋਂ ਤੁਸੀਂ ਉਸ ਥਾਂ ਨੂੰ ਕਦੇ ਵੇਖੋ ਤੇ ਬੜਾ ਜਾੜ ਪਿਆ ਬਾਣ ਹੈ, ਬੜਾ ਜੰਗਲ ਉੱਥੇ ਬਣਿਆ ਹੋਇਆ ਤੇ ਉਹਨਾਂ ਸਮਿਆਂ ਦੇ ਵਿੱਚ ਉੱਥੋਂ ਦੇ ਜਿਹੜੇ ਹਾਲਾਤ ਸਨ ਉਹ ਹੋਰ ਵੀ ਭਿਆਨਕ ਸਨ। ਕੁਮਾ ਮਾਸ਼ਕੀ ਉੱਥੇ ਰਹਿੰਦਾ ਹੈ। ਅਚਾਨਕ ਉਹਦੀ ਨਜ਼ਰ ਸਾਹਿਬਜ਼ਾਦਿਆਂ ਦੇ ਮਾਤਾ ਗੁਜਰ ਕੌਰ ਤੇ ਪਈ। ਉਹਨੇ ਸਾਹਿਬਜ਼ਾਦਿਆਂ ਦੀ ਮਾਤਾ ਗੁਜਰ ਕੌਰ ਨੂੰ ਆਉਂਦੇ ਹੋਏ ਵੇਖਿਆ ਤੇ ਪੁੱਛਿਆ ਕਿ ਤੁਸੀਂ ਕਿੱਥੋਂ ਆਏ ਹੋ। ਮਾਤਾ ਗੁਜਰ ਕੌਰ ਨੇ ਸਾਰੇ ਸਰਸਾ ਨਦੀ ਦੇ ਵਾਪਰੇ ਹੋਏ ਬਿਰਤਾਂਤ ਨੂੰ ਦੱਸਿਆ, ਜਿਹੜਾ ਅੱਜ ਦਾ ਦਿਨ ਸੀ ਜਿਹੜਾ ਹੁਣ ਲੰਘ ਚੁੱਕਾ ਹੈ। ਮਾਤਾ ਗੁਜਰ ਕੌਰ ਦੇ ਸਾਹਿਬਜ਼ਾਦੇ ਸਰਸਾ ਨਦੀ ਦੇ ਕੰਢੇ ਕੰਢੇ ਤੁਰੇ ਜਾ ਰਹੇ ਨੇ, ਕਿਉਂਕਿ ਇੱਕ ਪਾਸੇ ਅਨੰਦਪੁਰ ਹੈ ਉਹ ਬਿਲਕੁਲ ਉੱਜੜ ਚੁੱਕਾ ਹੈ, ਦੂਜੇ ਪਾਸੇ ਰੋਪੜ ਹੈ। ਉੱਥੋਂ ਦੀ ਜ਼ਾਲਮ ਹਕੂਮਤ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਰਿਵਾਰ ਦੇ ਵਿਰੋਧ ਵਿੱਚ ਖਲੋਤੀ ਹੋਈ, ਉਹਨਾਂ ਨੂੰ ਫੜਨ ਵਾਸਤੇ ਤਿਆਰ ਹੈ। ਮਾਤਾ ਗੁਜਰ ਕੌਰ ਆਪਣੇ ਪੋਤਿਆਂ ਨੂੰ ਸੰਭਾਲਦੀ ਹੋਈ ਤੁਰੀ ਜਾਂਦੀ ਹੈ। ਕੁਮਾ ਮਾਸ਼ਕੀ ਮਾਤਾ ਗੁਜਰ ਕੌਰ ਨੂੰ ਬੇਨਤੀ ਕਰਦਾ ਹੈ, ਆਓ ਮੈਂ ਤੁਹਾਨੂੰ ਆਪਣੇ ਪਿੰਡ ਵਿੱਚ ਲੈ ਜਾਵਾਂ, ਆਓ ਮੈਂ ਤੁਹਾਨੂੰ ਆਪਣੇ ਨਿਵਾਸ ਵਿੱਚ ਲੈ ਜਾਵਾਂ। ਮਾਤਾ ਗੁਜਰ ਕੌਰ ਸਾਹਿਬਜ਼ਾਦੇ ਇੱਕ ਬੇੜੀ ਵਿੱਚ ਸਵਾਰ ਹੁੰਦੇ ਨੇ ਤੇ ਅੱਜ ਉੱਥੇ ਪਿੰਡ ਬਣਿਆ ਹੋਇਆ ਚੱਕ ਢੇਰਾ। ਉਸ ਚੱਕ ਢੇਰਾ ਪਿੰਡ ਦੇ ਰਾਤ ਨੂੰ ਜਾ ਕੇ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦੇ ਕੁਮੇ ਮਾਸ਼ਕੀ ਦੀ ਸ਼ਾਨ ਦੇ ਵਿੱਚ ਆਰਾਮ ਕਰਦੇ ਨੇ। ਉਹ ਵਿਚਾਰਾ ਖਾਣ ਪੀਣ ਵਾਸਤੇ ਤਾਂ ਬਹੁਤਾ ਕੁਝ ਨਹੀਂ ਸੀ, ਵੈਸੇ ਇਤਿਹਾਸ ਵਿੱਚ ਨਾਮ ਉਹਦਾ ਕਮਲੂਦੀਨ ਆਉਂਦਾ, ਪੂਰਾ ਨਾਮ ਉਹਦਾ ਕਮਲੂਦੀਨ ਹੈ। ਪਹਿਲਾਂ ਉਹ ਹਿੰਦੂ ਮਤ ਨਾਲ ਸੰਬੰਧ ਰੱਖਦਾ ਸੀ, ਪਰ ਕਿਉਂਕਿ ਮੁਗਲਾਂ ਦਾ ਰਾਜ ਹੋਣ ਕਰਕੇ ਧੱਕੇ ਦੇ ਨਾਲ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਮੁਸਲਮਾਨ ਇਸਲਾਮ ਮਤ ਦੇ ਵਿੱਚ ਤਬਦੀਲ ਕਰਨ ਵਾਸਤੇ ਮਜਬੂਰ ਕੀਤਾ। ਹਿੰਦੂ ਤੋਂ ਬਾਅਦ ਵਿੱਚ ਮੁਸਲਮਾਨ ਬਣ ਗਿਆ, ਪਰ ਉਹਦਾ ਨਾਮ ਹੀ ਖਾਸ ਵਿੱਚ ਬਾਅਦ ਵਿੱਚ ਕੁਮਾ ਹੀ ਕਹਿ ਕੇ ਉਹਨੂੰ ਸਾਰੇ ਯਾਦ ਕਰਦੇ ਨੇ। ਕਮਲੂਦੀਨ ਬਹੁਤ ਘੱਟ ਇਤਿਹਾਸ ਵਿੱਚ ਉਹਨਾਂ ਦਾ ਨਾਮ ਮਿਲਦਾ ਹੈ, ਕਿਉਂਕਿ ਗਰੀਬ ਬੰਦੇ ਦਾ ਨਾਮ ਤੋਂ ਬਹੁਤਾ ਨਹੀਂ ਮਿਲਦਾ। ਗਰੀਬ ਬੰਦੇ ਦਾ ਨਾਮ ਹਮੇਸ਼ਾ ਹੀ ਅਧੂਰਾ ਲਿਆ ਜਾਂਦਾ ਹੈ। ਜੇ ਕੋਈ ਬੰਦਾ ਤਕੜਾ ਹੋਵੇ ਤੇ ਉਹਨੂੰ ਪੂਰਾ ਨਾਮ ਲੈ ਕੇ ਬੜੀ ਸਤਿਕਾਰ ਨਾਲ ਬੁਲਾਇਆ ਜਾਂਦਾ ਹੈ, ਪਰ ਮਾੜਾ ਬੰਦਾ ਹੋਵੇ ਤੇ ਕਈ ਵਾਰੀ ਉਹਦਾ ਅੱਧਾ ਨਾਮ ਲੈ ਕੇ ਸਾਰ ਦਿੱਤਾ ਜਾਂਦਾ ਹੈ। ਉਹ ਵਿਚਾਰਾ ਪਿੰਡ ਵਿੱਚ ਗਿਆ, ਪਿੰਡ ਵਿੱਚ ਜਾ ਕੇ ਇੱਕ ਮਾਈ ਰਹਿੰਦੀ ਸੀ ਜਿਹਦਾ ਇਤਿਹਾਸ ਵਿੱਚ ਨਾਮ ਮਿਲਦਾ ਲక్ష్ਮੀ। ਮਾਈ ਨੂੰ ਜਾ ਕੇ ਬੇਨਤੀ ਕੀਤੀ, ਆਖਿਆ ਕਲਮੀਆਂ ਵਾਲੇ ਦਾ ਪਰਿਵਾਰ ਹੈ, ਗਰੀਬ ਦੀ ਕੁੜੀ ਵਿੱਚ ਆਇਆ, ਉਹਨਾਂ ਦੇ ਕੋਲ ਖਾਣ ਵਾਸਤੇ ਕੁਝ ਨਹੀਂ, ਮੈਂ ਪਿੰਡ ਵਿੱਚ ਆਇਆ, ਮੇਰੀ ਸਹਾਇਤਾ ਕਰੋ, ਜੋ ਕੁਝ ਵੀ ਤੁਹਾਡੇ ਕੋਲ ਮੌਜੂਦ ਹੈ ਤੁਸੀਂ ਮੈਨੂੰ ਦਿਓ, ਮੈਂ ਉਹਨਾਂ ਭੁੱਖੇ ਬਾਲਾਂ ਦੇ ਢਿੱਡ ਵਿੱਚ ਰੋਟੀ ਪਾ ਸਕਾਂ। ਮਾਈ ਦੇ ਕੋਲ ਇਤਿਹਾਸ ਦੱਸਦਾ ਜੋ ਵੀ ਕੋਈ ਸੀ ਉਹਨੇ ਸਾਰਾ ਕੁਝ ਕੁਮੇ ਨੂੰ ਦਿੱਤਾ ਤੇ ਸਾਹਿਬਜ਼ਾਦਿਆਂ ਨੂੰ ਲਿਆਣ ਕੇ ਕੁਮੇ ਮਾਸ਼ਕੀ ਨੇ ਉਹਨਾਂ ਦੇ ਸਾਹਮਣੇ ਪਰੋਸਿਆ। ਸਾਰੇ ਦਿਨ ਦੇ ਭੁੱਖਣ ਭਾਣੇ ਫਾਕਾ ਕੱਢਦੇ ਹੋਏ ਸਾਹਿਬਜ਼ਾਦੇ ਰਾਤ ਨੂੰ ਕੁਮੇ ਮਾਸ਼ਕੀ ਦੀ ਉਸ ਛੰਨ ਦੇ ਵਿੱਚ ਨਿਵਾਸ ਕਰਦੇ ਨੇ, ਜਿੱਥੇ ਅੱਜ ਉਸ ਕੁਮੇ ਮਾਸ਼ਕੀ ਦੀ ਯਾਦ ਵਿੱਚ ਇੱਕ ਬਹੁਤ ਸੋਹਣਾ ਉੱਥੋਂ ਦੇ ਪਿੰਡ ਦੀ ਲੋਕਲ ਕਮੇਟੀ ਨੇ ਗੁਰਦੁਆਰਾ ਸਾਹਿਬ ਤਿਆਰ ਕੀਤਾ ਹੋਇਆ। ਕਦੀ ਜਾਇਓ ਉਸ ਸਥਾਨ ਤੇ ਦਰਸ਼ਨ ਕਰਕੇ ਆਇਓ ਉਹਨਾਂ ਥਾਵਾਂ ਤੇ ਜਿੱਥੇ ਗੁਰੂ ਕੇ ਲਾਲ ਕਿੰਨਾ ਮੁਸ਼ਕਲ ਹਾਲਾਤਾਂ ਦੇ ਵਿੱਚੋਂ ਲੰਘ ਕੇ ਤੇ ਆਪਣੇ ਸਫ਼ਰ ਨੂੰ ਜਿਹੜਾ ਹੈ ਉਹ ਅੱਗੇ ਦੀ ਅੱਗੇ ਤੈਅ ਕਰਦੇ ਨੇ, ਆਪਣੇ ਸਫ਼ਰ ਨੂੰ ਮੁਕਾਉਂਦੇ ਹੋਏ ਸ਼ਹੀਦੀ ਵਾਲੇ ਪਾਸੇ ਨੂੰ ਤੁਰਦੇ ਨੇ।
ਅੱਜ ਦੇ ਸਮੁੱਚੇ ਦਿਨ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਵੇਰ ਤੋਂ ਤੁਰਦੇ ਚਮਕੌਰ ਸਾਹਿਬ ਦੀ ਗੜੀ ਵਿੱਚ ਪਹੁੰਚਦੇ, ਭਾਈ ਮਨੀ ਸਿੰਘ ਤੇ ਗੁਰੂ ਸਾਹਿਬ ਦੇ ਮਹਿਲ ਰੋਪੜ ਦੀ ਧਰਤੀ ਤੇ ਪਹੁੰਚਦੇ, ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਦੀ ਅੱਜ ਦੀ ਰਾਤ ਸਰਸਾ ਨਦੀ ਦੇ ਕੱਟੇ ਕੰਢੇ ਚੱਲਦੇ ਚੱਲਦੇ ਕੁੰਮੇ ਮਾਸ਼ਕੀ ਦੀ ਸ਼ਾਨ ਵਿੱਚ ਜਾ ਕੇ ਜਿਹੜਾ ਹੈ ਉਹ ਨਿਵਾਸ ਕਰਦੇ ਨੇ। ਅੱਜ ਦਾ ਜਿਹੜਾ ਇਤਿਹਾਸ ਹੈ ਇੱਥੋਂ ਤੱਕ ਗੁਰੂ ਸਾਹਿਬ ਜੀ ਦੇ ਉਸ ਸਮੁੱਚੇ ਇਸ ਘਟਨਾਕ੍ਰਮ ਦੇ ਵਿੱਚ ਜਿਹੜਾ ਹੈ ਉਹ ਵਾਪਰਦਾ ਹੈ। ਅਸੀਂ ਇਤਿਹਾਸ ਦੀ ਅਗਲੀ ਕੜੀ ਨੂੰ ਕੱਲ੍ਹ ਦੇ ਦਿਮਾਗ ਵਿੱਚ ਸਾਂਝਾ ਕਰਨ ਦਾ ਯਤਨ ਕਰਾਂਗੇ। ਆਪ ਸਰਬੱਤ ਸੰਗਤ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰੀਆਂ ਨੇ। ਬਹੁਤ ਖੁਸ਼ੀ ਹੁੰਦੀ ਹੈ ਜਦੋਂ ਵੀਰ ਇਹੋ ਜਿਹੇ ਉਪਰਾਲੇ ਕਰਦੇ ਨੇ, ਜਦੋਂ ਇਸ ਤਰੀਕੇ ਨਾਲ ਬੈਠ ਕੇ ਗੁਰੂ ਸਾਹਿਬ ਜੀ ਦੇ ਉਸ ਵਿਰਸੇ ਦੀਆਂ ਬਾਤਾਂ ਜਿਹੜੀਆਂ ਨੇ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਨਹੀਂ ਕਿ ਅੱਜ ਕੱਲ੍ਹ ਨਸ਼ਿਆਂ ਦੀ ਹਨੇਰੀ ਚੱਲ ਰਹੀ ਹੈ, ਪਤਨ ਪੁਣੇ ਦਾ ਹਨੇਰ ਬਹੁਤ ਉੱਪਰ ਤੱਕ ਪਹੁੰਚਿਆ ਹੋਇਆ, ਇੱਕ ਬੜਾ ਵੱਡਾ ਵਪਾਰ ਖੜਾ ਕੀਤਾ ਜਾ ਰਿਹਾ, ਮੱਥੇ ਤੇ ਤਰ੍ਹਾਂ ਤਰ੍ਹਾਂ ਦੇ ਪੰਜਾਬ ਦੇ ਕਲੰਕ ਲਾਏ ਜਾ ਰਹੇ ਨੇ। ਆਓ ਲੱਗ ਬਲੀਏ ਇਹਨਾਂ ਸਾਰੀਆਂ ਚੀਜ਼ਾਂ ਨੂੰ ਭੁੱਲ ਕੇ ਆਪਣੇ ਸਮਾਜ ਵਿੱਚੋਂ ਬਾਹਰ ਕੱਢੀਏ ਤੇ ਆਪਣੇ ਸਮਾਜ ਵਿੱਚੋਂ ਬਾਹਰ ਕੱਢ ਕੇ ਜਿਹੜੀ ਗੱਲ ਪ੍ਰੋਫੈਸਰ ਪੂਰਨ ਸਿੰਘ ਨੇ ਕਹੀ ਸੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਸੱਚੀ ਉਹਨੂੰ ਗੁਰਾਂ ਦਾ ਪੰਜਾਬ ਬਣਾ ਕੇ, ਸੱਚੀ ਉਹਨੂੰ ਗੁਰਾਂ ਦੇ ਨਾਮ ਨੂੰ ਸਮਰਪਿਤ ਕਰਕੇ ਅਸੀਂ ਵੀ ਆਪਣੇ ਜੀਵਨ ਨੂੰ ਗੁਰੂ ਵਰਗਾ ਬਣਾਉਣ ਦਾ ਯਤਨ ਕਰੀਏ। ਤਾਂ ਹੀ ਸਾਡੀਆਂ ਕੀਤੀਆਂ ਹੋਈਆਂ ਵਿਚਾਰਾਂ, ਤਾਂ ਹੀ ਸਾਡੇ ਮਨਾਏ ਹੋਏ ਦਿਨ, ਤਾਂ ਹੀ ਸਾਡੇ ਕੀਤੇ ਹੋਏ ਜਿਹੜੇ ਸਾਰੇ ਉਪਰਾਲੇ ਨੇ ਉਹ ਸਫਲ ਹੋ ਸਕਣਗੇ। ਆਪ ਸਰਬੱਤ ਸੰਗਤ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰੀਆਂ ਨੇ। ਕੋਟਾਨ ਕੋਟ ਸ਼ੁਕਰਾਨਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਜਿਨ੍ਹਾਂ ਦੀ ਨਿੱਘੀ ਹਜ਼ੂਰੀ ਵਿੱਚ ਬੈਠ ਕੇ ਅਸੀਂ ਸਾਹਿਬਜ਼ਾਦਿਆਂ ਦੇ ਉਸ ਇਤਿਹਾਸਕ ਵਿਰਸੇ ਦੀ ਬਾਤ ਨੂੰ ਜਿਹੜਾ ਹੈ ਉਹ ਸਾਂਝਾ ਕਰਨ ਦਾ ਕੀਤਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਵਡਿਆਈ ਗੁਰੂ ਦੀ। ਅੰਤ ਵਿੱਚ ਬੁਲਾਓ ਫਤਿਹ ਗੱਲ ਕੀ ਆਖੋ ਜੀ। ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਆਨੰਦ ਭਇਆ ਤੇ ਪਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਦਾ ਪਾਇਆ ਸਹਿਜ ਕੀ ਮਨ ਵਜਿਆ ਵਧਾਇਆ। ਰਾਗ ਰਤਨ ਪਰਵਾਰ ਪਈਆਂ ਸ਼ਬਦ ਦਾ ਬਣਿਆ। ਸ਼ਬਦੋ ਤਗਾਓ ਹਰੀ ਕੇ ਮਨ ਜੀ ਵਸਾਇਆ। ਕਹਿ ਨਾਨਕ ਮੰਦ ਹੋਆ ਸਤਿਗੁਰੂ ਮੈਂ ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਮ। ਹਰਨਾਮ ਰਹੋ ਤੂੰ ਮਨ ਮੇਰੇ ਦੁਖ ਸਭ ਸਾਰਾ। ਅੰਗੀਕਾਰ ਕਰੇ ਤੇਰਾ ਕਾਜ ਸਭ ਸਵਾਰਾ। ਸਭਨਾ ਕਲਾ ਸਮਰੱਥ ਸਮਾਧੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ Thank you.
ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਸ਼੍ਰੀ ਭਗਵਤੀ ਜੀ ਕੀ ਪਾਸ਼ੇ ਦਸਵੀਂ ਸ਼ਤਨ ਭਗਵਤੀ ਸਮਕਿਆ ਗੁਰੂ ਨਾਨਕ ਦੇਵ ਕੀ ਆਏ। ਫਿਰ ਅੰਗਦ ਤੇ ਅਮਰਦਾਸ ਰਾਮਦਾਸ ਜੀ ਹੋਏ ਸਹਾਇ। ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ। ਸ਼੍ਰੀ ਹਰਿਕ੍ਰਿਸ਼ਨ ਦੀ ਆਈਐ ਜਿਠੇ ਸਭ ਜਾਏ। ਬਾਦਲ ਸਿਵਿਆ ਸਰਨਾਣੀ ਦਾਏ। ਸਭ ਖਾਈ ਹੋਏ ਸਹਾਇ। ਦਸਵਾਂ ਪਾਸ਼ਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਹਾਇ ਸਹਾਇ। ਦਸਾਂ ਪਾਸ਼ੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਤੇ ਅਬਦੁਲ ਖਾਲਸਾ ਬੋਲੋ ਜੀ ਵਾਹਿਗੁਰੂ। ਮੱਝਾਂ ਪਿਆਰਿਆਂ ਜਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਟੀ ਛਕਿਆ ਦੇਖ ਚਲਾਈ ਦੇਖ ਬਾਹੀ ਦੇਖ ਕੀ ਅਡਿਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਤੇ ਅੰਦਰ ਖਾਲਸਾ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਯਾਰਾਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਏ ਤਿਨਾਂ ਕੀ ਕਮਾਈ ਦਾ ਤੇ ਅੰਦਰ ਖਾਲਸਾ ਬੋਲੋ ਜੀ ਵਾਹਿਗੁਰੂ। ਮੰਝਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਬੋਲੋ ਜੀ ਵਾਹਿਗੁਰੂ। ਨਿਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਤਿਆ ਜਿਤਿਆ ਕਾ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਦੇਖ ਦੇਖ ਫਤਿਹ ਮਿਰਦ की पैठ मत कीजिए श्री साहब जी सहाय खालसा जी के बोल बाले बोलो जी वाहिगुरू। सिक्खा ਨੂੰ ਸਿੱਖੀ ਦਾਨ ਕੇਸ ਦਾਨ ਸਿਹਤ ਦਾਨ ਬਦੇਖ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਤੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਦਾ ਰਾਖਾ हे अकाल पुरख वाहिगुरू जी अपने पंथ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਤ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। हे ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਵਿੱਚ ਗੁਰਮਤਿ ਸਮਾਗਮ ਦੀ ਸਮਾਪਤੀ ਦੀ ਅਰਦਾਸ ਹੈ ਜੀ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇ ਹਾਜ਼ਰ ਹੈ ਦਰ ਤੇ ਪ੍ਰਵਾਨ ਕਰੋ ਅਤੇ ਸਾਧ ਸੰਗਤ ਵਿੱਚ ਵਰਤਾਨ ਦੇ ਹੁਕਮਨਾਮੇ ਬਖਸ਼ੋ। ਅੱਖਰ ਵਾਦਾ ਘਾਟਾ ਬੋਝ ਮਾਫ ਕਰਨੀ ਸਰਬੱਤ ਦੇ ਕਾਰਜ ਵਿਰਾਸ ਕਰਨੇ ਸੇ ਪਿਆਰੇ ਮੇਲ ਜਿੰਦਾ ਮਿਲਿਆ ਤੇਰਾ ਨਾਮ ਜਿਤਿਆ ਵਰਦਾਨ ਜਪੀ ਕਲਾ ਤੇਰੇ ਬਾਰੇ ਸਬਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਜਬ ਲੋ ਨਹੀਂ ਭਾਗ ਦੀ ਲਾਇਦ ਤਬ ਲੋ ਭ੍ਰਮ ਤੇ ਫਿਰਕੇ ਬਹੁਤ ਆਇਓ ਕਲ ਘੋਰ ਸਮੁੰਦਰ ਮਹਿ ਬੂੜ ਤਥੇ ਕਬਹੂ ਮਿਟ ਹੈ ਨਹੀਂ ਵੇ ਪਛਤਾਇਓ ਤਤ ਵਿਚਾਰ ਜਹੈ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜਨ ਕੇ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ ਸੁਖਾਉ ਤਨ ਗੁਰ ਸੇ
ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਗੁਰ ਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ। ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਸੰਤੋ ਰਾਮ ਨਾਮ ਨਿਸਤਰੀਐ, ਉਠਤ ਬੈਠਤ ਹਰ ਹਰ ਧਿਆਈਐ। ਆਨ ਦਿਨ ਸੋ ਕਿਰਤ ਕਰੀਐ ਰਹਾਉ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਡ ਭਾਗੀ ਪਾਏ। ਕੋਟ ਜਨਮ ਕੇ ਕਿਲ ਬਿਖ ਨਾਸੇ, ਹਰ ਚਰਨੀ ਚਿਤ ਲਾਏ। ਉਸਤਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ। ਜੀਵ ਜੰਤ ਸਭ ਭਏ ਪਵਿੱਤਰਾ, ਸਤਿਗੁਰ ਕੀ ਸਚ ਸਾਖੀ। ਬਿਗਨ ਬਿਨਾਸਨ ਸਭ ਦੁਖ ਨਾਸਨ, ਸਤਿਗੁਰ